जी आਇਆਂ ਨੂੰ ਪਿਆਰੇ ਵਿਦਿਆਰਥੀਓ 8th ਕਲਾਸ ਦੀ ਸਾਇੰਸ ਦੀ ਬੁੱਕ ਦਾ ਚੈਪਟਰ ਨੰਬਰ 5 ਕੋਲ ਐਂਡ ਪੈਟਰੋਲੀਅਮ। ਸੋ ਉਸ ਚੈਪਟਰ ਦੇ ਕੀਵਰਡਸ ਐਂਡ ਇੰਪੋਰਟੈਂਟ ਨੋਟਸ ਐਂਡ ਰਿਲੀਵੈਂਟ ਪੁਆਇੰਟਸ ਉਹ ਸਾਰੇ ਇਨ ਵੈਰੀ ਸਿੰਪਲ ਐਂਡ ਕਲੀਅਰ ਲੈਂਗੁਏਜ ਵਿੱਚ ਤੁਹਾਡੇ ਲਈ ਤਿਆਰ ਕਰਕੇ ਲਿਆ ਰਹੇ ਹਾਂ ਇਸ ਵੀਡੀਓ ਦੇ ਵਿੱਚ। ਸੋ ਪਲੀਜ਼ be ready with your notebook and pen and keep noting down the important things which are being explained and which you see on the screen. ਸੋ ਨਾਲ ਦੇ ਨਾਲ ਤੁਹਾਨੂੰ ਇੱਕ ਵਾਰ ਫਿਰ ਚੇਤਾ ਕਰਾ ਦਈਏ ਕਿ 8th ਕਲਾਸ ਦੀ ਮੈਥ ਦੀ ਬੁੱਕ ਵੀ ਸੋਲਵ ਕਰਕੇ ਪੂਰੀ ਆਲਰੇਡੀ ਪਾ ਦਿੱਤੀ ਗਈ ਹੈ। You can access the solutions to all the questions of your 8th class math book and also the notes ਜਿਹੜੇ ਹੈਗੇ ਨੇ ਸਾਰੇ ਚੈਪਟਰ ਦੇ ਨੋਟਸ ਹੈਗੇ ਨੇ। You can go to the playlists and look for the playlist named 8th math notes ਤੇ ਦੂਜੀ playlist ਹੈਗੀ ਹੈ 8th math। ਸੋ ਆਓ ਸ਼ੁਰੂ ਕਰੀਏ। Our basic needs are met by various materials। ਸਾਡੀਆਂ ਜਿਹੜੀਆਂ ਰੋਜ਼ ਦੀਆਂ ਜ਼ਰੂਰਤਾਂ ਨੇ ਉਹ ਅਲੱਗ-ਅਲੱਗ ਚੀਜ਼ਾਂ ਦੇ ਨਾਲ ਪੂਰੀਆਂ ਹੁੰਦੀਆਂ ਨੇ, ਠੀਕ ਹੈ। Some of them come from nature and some have been made by human beings। ਉਹ ਜਿਹੜੀਆਂ ਚੀਜ਼ਾਂ ਨੇ ਉਹ ਕੁਝ ਤੇ ਸਾਨੂੰ ਨੇਚਰ ਤੋਂ ਮਿਲਦੀਆਂ ਕੁਦਰਤ ਤੋਂ ਤੇ ਕੁਝ ਉਹ ਇਨਸਾਨਾਂ ਨੇ ਖੁਦ ਬਣਾਈਆਂ। ਫॉर एग्जांपल एयर, वाटर, soil, minerals, coal etc. all are natural resources। ਇਹ ਕੁਦਰਤੀ ਵਸੀਲੇ ਨੇ, ਕੁਦਰਤੀ ਸਾਧਨ ਨੇ, natural resources ਨੇ। Air has not been made by human beings, water has not been made by human beings, soil was always there, ਮਿੱਟੀ ਉਹ 'ਚ ਮਿਨਰਲਸ ਹੈਗੇ ਨੇ ਜਿਹੜੇ ਅਲੱਗ-ਅਲੱਗ ਐਲੀਮੈਂਟਸ ਹੈਗੇ ਨੇ which we extract। coal was also not made by man, so they are natural resources, ਠੀਕ ਹੈ। materials like plastic, machinery, vehicles, ਮੋਟਰਸਾਈਕਲਾਂ, ਕਾਰਾਂ, ਟਰੱਕ, ਬੱਸਾਂ, ਰੇਲ ਗੱਡੀਆਂ, ਹਨਾ, ਰੋਡਸ, ਕੈਮੀਕਲਸ, ਦਵਾਈਆਂ, ਬੜਾ ਕੁਛ ਹੋਰ ਕੁਛ ਹੈਗਾ, ਫੈਬਰਿਕਸ, they are man-made resources। So it means the resources can be divided into two broader categories: natural resources and man-made resources। ਜਿਵੇਂ ਯਾਦ ਕਰੋ ਬੱਚਿਓ ਅਸੀਂ ਫਾਈਬਰਸ ਦੇ ਚੈਪਟਰ ਵਿੱਚ ਪੜ੍ਹਿਆ ਸੀਗਾ there are two types of fibers: natural fibers and man-made fibers। ਇਸੀ ਤਰ੍ਹਾਂ ਜਿਹੜੇ ਸਾਧਨ ਨੇ, ਵਸੀਲੇ ਨੇ, ਰਿਸੋਰਸਿਸ ਨੇ ਉਹ ਵੀ ਦੋ ਕਿਸਮ ਦੇ ਨੇ, ਕੁਦਰਤੀ ਅਤੇ ਮਨੁੱਖੀ ਜਿਹੜੇ ਬੰਦਿਆਂ ਨੇ ਬਣਾਏ ਨੇ। ਸੋ ਮੈਨ ਮੇਡ ਐਂਡ ਨੈਚੁਰਲ, these are the two types of resources, ਠੀਕ ਹੈ। ਆਓ ਅੱਗੇ ਚਲੀਏ। ਹੁਣ ਜਿਹੜੀ ਨੈਚੁਰਲ ਰਿਸੋਰਸਿਸ ਨੇ they can be further divided into two broad categories। ਮੋٹے ਤੌਰ ਤੇ ਜੋ ਨੈਚੁਰਲ ਰਿਸੋਰਸ ਨੇ ਸਾਡੇ ਕੋਲ, ਜੋ ਕੁਦਰਤ ਨੇ ਦਿੱਤੇ ਨੇ, ਉਹਨਾਂ ਨੂੰ ਅਸੀਂ ਦੋ ਕੈਟੇਗਰੀਆਂ ਵਿੱਚ ਡਿਵਾਈਡ ਕਰ ਸਕਦੇ ਹਾਂ। ਪਹਿਲਾ ਹੈਗਾ ਇਨਐਗਜ਼ੌਸਟੀਬਲ ਨੈਚੁਰਲ ਰਿਸੋਰਸਿਸ। ਇਨਐਗਜ਼ੌਸਟੀਬਲ ਬੱਚੇ ਉਹ ਹੁੰਦੇ ਨੇ ਜੋ ਕਦੀ ਵੀ ਖਤਮ ਨਹੀਂ ਹੋਣਗੇ, ਜਿਹਨਾਂ ਨੂੰ ਐਗਜ਼ੌਸਟ ਕਰੀ ਜਾਓ ਬਟ ਦੇ ਰਿਮੇਨ ਇਨਐਗਜ਼ੌਸਟੀਬਲ। ਖਾਈ ਜਾਓ, ਕੰਜ਼ਿਊਮ ਕਰੀ ਜਾਓ, ਯੂਜ਼ ਕਰੀ ਜਾਓ, ਦੇ ਵਿਲ ਨੈਵਰ ਕਮ ਟੂ ਐਨ ਐਂਡ। ਦੇ ਆਰ ਨੋਨ ਐਜ਼ ਇਨਐਗਜ਼ੌਸਟੀਬਲ ਨੈਚੁਰਲ ਰਿਸੋਰਸਿਸ। ਉਹ ਇਹਦਾ ਕਿੱਦਾਂ ਡੈਫੀਨੇਸ਼ਨ ਦੇਵਾਂਗੇ? the resources which are present in unlimited quantity, unlimited, अनंत, बेअंत, ठीक है, in nature and are not likely to be exhausted by human activities। तो जो इंसान ने ਉਹਨਾਂ ਦਾ ਜੋ ਰਹਿਣ ਸਹਿਣ ਦਾ ਢੰਗ ਹੈ, ਉਹਦੀ ਜੋ ਜ਼ਰੂਰਤਾਂ ਨੇ, ਉਹ ਜੇ ਵਰਤੀ ਵੀ ਜਾਣ, ਉਹਨਾਂ ਨੂੰ ਯੂਜ਼ ਵੀ ਕਰੀ ਜਾਣ, ਉਹ ਕਦੀ ਖਤਮ ਨਹੀਂ ਹੋਣਗੇ। ਤੇ ਐਗਜ਼ਾਮਪਲ ਕੀ ਹੈਗਾ? ਦੋ ਐਗਜ਼ਾਮਪਲ ਦੇ ਸਕਦੇ, ਸਨਲਾਈਟ, ਏਅਰ। ਹਵਾ ਵੀ ਕਦੀ ਖਤਮ ਨਹੀਂ ਹੋਏਗੀ, ਸਨਲਾਈਟ ਵੀ ਖਤਮ ਨਹੀਂ ਹੋਏਗੀ। ਜਦ ਤੱਕ ਅਸੀਂ ਖਤਮ ਤਾਂ ਹੋਏਗੀ ਸਨਲਾਈਟ, ਬਟ ਇਟ ਵਿਲ ਟੇਕ ਕਰੋੜਸ ਆਫ ਈਅਰਸ, ਠੀਕ ਹੈ ਨਾ। ਸੋ ਅਗਲਾ ਆ ਜਾਏਗਾ ਐਗਜ਼ੌਸਟੀਬਲ ਨੈਚੁਰਲ ਰਿਸੋਰਸਿਸ। ਇਹਦਾ ਉਲਟਾ ਆ ਗਿਆ, ਇਨਐਗਜ਼ੌਸਟੀਬਲ ਜੋ ਕਦੀ ਖਤਮ ਨਹੀਂ ਹੋਣਗੇ, ਐਗਜ਼ੌਸਟੀਬਲ ਜੋ ਖਤਮ ਹੋ ਜਾਣਗੇ, ਠੀਕ ਹੈ। ਦੀ ਰਿਸੋਰਸਿਸ ਵਿਚ ਆਰ ਪ੍ਰੈਜ਼ੈਂਟ ਇਨ ਲਿਮਿਟਿਡ ਕੁਆਂਟਿਟੀ ਓਨਲੀ, ਸੀਮਿਤ ਮਾਤਰਾ ਵਿੱਚ ਹੈਗੇ ਨੇ, ਠੀਕ ਹੈ, ਇਨ ਨੇਚਰ ਐਂਡ ਕੈਨ ਬੀ ਐਗਜ਼ੌਸਟਿਡ ਮੀਨ ਕੈਨ ਬੀ ਫਿਨਿਸ਼ਡ, can be consumed up to the last, ठीक है, by human activities। examples are forests। अगर ਅਸੀਂ ਕੱਟੀ ਜਾਵਾਂਗੇ ਫੋਰੈਸਟ ਖਤਮ ਹੋ ਜਾਣਗੇ।
Already we know that the forest area today is much less than it was 100 years before. ठीक है, इसी तरह minerals ਅਸੀਂ ਧਰਤੀ ਚੋਂ ਮਿੱਟੀ ਚੋਂ ਕੱਢ ਕੇ ਐਲੂਮੀਨੀਅਮ, ਆਇਰਨ, ਕਾਪਰ ਯੂਜ਼ ਕਰੀ ਜਾ ਰਹੇ ਹਾਂ, but one day it will come to an end. Coal, we are extracting coal from the stomach of the earth, ਧਰਤੀ ਦੇ ਢਿੱਡ ਵਿੱਚੋਂ ਕੱਢੀ ਜਾ ਰਹੇ ਹਾਂ, ਮਾਈਨਿੰਗ ਕਰੀ ਜਾ ਰਹੇ ਹਾਂ, that will also limited quantity, वो भी ख़त्म हो जाएगा. Similarly petroleum, that also we are taking it out from under the earth. Natural gas also, so they are limited resources, they are exhaustible natural resources. It means if we keep using them, a day will come when there will be no more natural gas, there will be no more coal or no more petroleum. ठीक है, अब आगे चलिए. Okay, carbonization. Okay, what is carbonization? About 300 million years ago. ਹੁਣ ਬੱਚੋ ਯਾਦ ਕਰੋ ਮਿਲੀਅਨ ਕਿੰਨਾ ਹੁੰਦਾ ਹੈ? ਮਿਲੀਅਨ ਮੀਨਸ 10 ਲੱਖ. 1 million has got 6 zeros. ਤੇ ਇਹਨੂੰ ਜਿਹੜੀ ਅਸੀਂ ਆਪਣੀ ਇੰਡੀਅਨ ਬੋਲੀ 'ਚ ਕਹਿੰਦੇ ਨੇ 10 ਲੱਖ. ਠੀਕ ਹੈ, ਸੋ ਇਹ ਕਿੰਨਾ ਹੋ ਗਿਆ? 300 ਮਿਲੀਅਨ ਦਾ ਮਤਲਬ ਹੋ ਗਿਆ 30 ਕਰੋੜ. 30 ਕਰੋੜ ਈਅਰਸ ਐਗੋ, 30 ਕਰੋੜ ਸਾਲ ਪਹਿਲਾਂ. ਤੁਸੀਂ ਅੰਦਾਜ਼ਾ ਲਗਾ ਲਓ. ਜਸਟ ਟਰਾਈ ਟੂ ਇਮੇਜਿਨ ਦਿਸ ਫਿਗਰ. So about 300 million years ago, you can write it as 30 crore years ago. Due to natural processes like flooding, मतलब कोई flood आई होनी है, परले जिन्हों कहने परलो आई होनी है, ठीक है ना. The dense forests, dense माने संघने, very thick forests in low-lying wetland areas. Low-lying मतलब जिन्हों का level थल्ले सीगा, ठीक है, जिथे पानी पै के ज़्यादा इकट्ठा हो जाएगा. वैटलैंड में होंगे बच्चों लो लैंड विच इज सैचूरेटेड विद वाटर, जी पानी ना एकदम भिजी होंगी है, पानी ना तर हुई होंगी है, सैचूरेटेड विद वाटर, उन्होंने वैटलैंड कहा जाता है. उत्थे बड़े सारे फॉरेस्ट रहे होंगे, ठीक है, एंड देवर इन अ लो एरिया एंड फ्लड केम, सो देवर ऑल सबमर्ज्ड, देवर अपरूटेड एंड दे गॉट बरीड अंडर दी सॉइल. जो फ्लडिंग आई उन्होंने उत्ते मिट्टी सारी पै गई, बड़ा कुछ पै गया. फिर की होया? दे वर कंप्रेस्ड, वो चंगी तरह दब गए, बिकॉज इट वॉज वेटलैंड. अंडर देयर वेट दे केप्ट सिंकिंग डाउन एंड डाउन, ठीक है ना, क्योंकि वो इट वॉज अ वेटलैंड, इट वॉज सैचूरेटेड विद वाटर, सो दे केप्ट अंडर देयर ओन वेट, दे केप्ट सिंकिंग, ठीक है. सो दे वर कंप्रेस्ड फर्दर एज मोर सॉयल कलैक्टेड ओवर दैम. फिर उस तो बाद की होया? हवा दे नाल हवा हनेरियां चलदियां रहियां, मिट्टी उत्ते उड़ उड़ के पैंदी रही, बिकॉज it was a low lying area. So ਜਿਵੇਂ ਜਿਵੇਂ ਉੱਤੇ ਭਾਰ ਪੈਂਦਾ ਗਿਆ, the weight increased and they sank deeper and deeper. ਤੇ ਜਦੋਂ ਥੱਲੇ ਗਏ ਤੇ ਤੁਹਾਨੂੰ ਪਤਾ ਵਿੱਚ ਬੱਚਿਓ ਕਿ ਧਰਤੀ ਦੇ ਵਿੱਚ ਤੁਸੀਂ ਥੱਲੇ ਜਾਈ ਜਾਓਗੇ ਤੇ ਟੈਂਪਰੇਚਰ ਇਨਕਰੀਜ਼ ਹੋ ਜਾਂਦਾ ਹੈ, ਪ੍ਰੈਸ਼ਰ ਵੀ ਇਨਕਰੀਜ਼ ਹੋ ਜਾਂਦਾ ਹੈ. ਪ੍ਰੈਸ਼ਰ ਜਦ ਉੱਤੋਂ ਦੀ ਸਾਰੀ ਉੱਤੇ ਇੰਨੀ ਸਾਰੀ ਮਿੱਟੀ ਪਈ ਜਾ ਰਹੀ ਹੈ, ਪ੍ਰੈਸ਼ਰ ਵਧੀ ਜਾਏਗਾ. ਸੋ they were subjected to high temperature and high pressure as they sank, इत्थे as लगाना, as they sank deeper and deeper, डूंगे तो डूंगे और खुबदे गए, डुबदे गए. These conditions gradually converted the dead plants to coal. ਇਹ ਜਿਹੜੀ conditions ਸੀਗੀਆਂ ਜਿਹੜੀਆਂ, ਇਹਦੇ ਨਾਲ ਬੱਚੋ ਜਿਹੜੀ ਸਾਰੀ ਲੱਕੜ ਸੀਗੀ, ਸਾਰਾ vegetation ਸੀਗਾ, vegetation में ਸਾਰੀ ਬਨਸਪਤੀ ਜਿਹੜੀ ਸੀਗੀ, which got submerged under the soil, it got converted to coal. But how much time did it take? ਇਹਨੇ ਕਿੰਨਾ ਸਮਾਂ ਲਿਆ? About 300 million years, 30 ਕਰੋੜ ਸਾਲ, ठीक है. So as coal contains mainly carbon, ठीक है ना बच्चों, the slow process of conversion of dead vegetation, dead मैंने मरे हुए, vegetation मैंने वनस्पति, सारे पौधे, all plants, trees, small, सारे ਨੂੰ collectively ਅਸੀਂ vegetation ਕਹਿੰਦੇ ਹਾਂ. So the slow process of conversion of dead vegetation into coal is called carbonization. So पहले एक लाइन इस तरह लिखना है, you can write this: the slow process of conversion of dead vegetation into coal is called carbonization. Why it is carbonization? Because coal contains mainly carbon, ठीक है. And how it gets converted? It must have happened 300 million years ago. There were dense forests in the low-lying wetland area.
flooding must have taken place. They all got uprooted and submerged buried under the soil. They got compressed as more and more soil was deposited over them. The pressure increased, so they were subjected to high temperature and high pressure, and under these conditions that wood, those plants, they got converted to coal. ठीक है जी, आगे चलिए. Now coal, ठीक है. Coal is black or brownish black stone or rock containing mostly the element carbon. ਅਸੀਂ ਮਟੀਰੀਅਲਸ ਵਿੱਚ ਪੜ੍ਹ ਚੁੱਕੇ ਹਾਂ ਬੱਚਿਓ. ਮਟੀਰੀਅਲਸ ਵਿੱਚ ਐਲੀਮੈਂਟ, ਮੈਟਲ ਐਂਡ ਨॉन ਮੈਟਲ ਵਿੱਚ ਅਸੀਂ ਐਲੀਮੈਂਟ ਦੀ ਡੈਫੀਨੇਸ਼ਨ ਪੜ੍ਹੀ ਹੈ. ਇਟ ਇਜ਼ ਦ ਪਿਓਰੈਸਟ ਫॉर्म ऑफ a substance in its simplest form, ठीक है, which contains atoms of the same type, and it cannot be broken down further by cooling or heating or by electrolysis or by any chemical reaction. That is element. So coal is also an element. So coal is black, carbon is also an element, ठीक है. So coal is black or brownish black stone, ਕਾਲੇ ਰੰਗ ਦਾ ਜਾਂ ਗੂੜਾ ਭੂਰਾ ਇੱਕ ਸਟੋਨ ਹੈਗਾ ਜਾਂ ਪਹਾੜੀ ਦਾ ਟੁਕੜਾ ਹੈਗਾ, ਹੈ ਨਾ, ਪੱਥਰਾਂ ਵਾਂਗੂ ਹੀ ਹੁੰਦਾ. ਇਟਸ ਲਾਈਕ ਅ ਸਟੋਨ ਜਿਹੜਾ ਕੋਲਾ ਹੁੰਦਾ, ਬਟ ਮੋਸਟਲੀ ਕੰਟੇਨਿੰਗ ਐਲੀਮੈਂਟ ਕਾਰਬਨ. ਜਦੋਂ ਮੈਂ ਕਹਿੰਦਾ ਮੋਸਟਲੀ ਕਾਰਬਨ, ਇਹ ਮਤਲਬ ਕਿ 90% 99% ਕਾਰਬਨ ਹੀ ਹੈਗਾ. ਇਹ 'ਚ ਹੋਰ ਕੀ ਹੈਗਾ ਤੁਸੀਂ ਪੁੱਛੋਗੇ. ਇਟ ਮੇ ਹੈਵ ਸਮ ਟ੍ਰੇਸਿਸ ਆਫ ਆਕਸੀਜਨ, ਸਮ ਨਾਈਟ੍ਰੋਜਨ, ਸਮ ਸਲਫਰ, ਲਾਈਕ ਦੈਟ, ਠੀਕ ਹੈ. ਐਂਡ ਵੇਰੀਏਬਲ ਅਮਾਊਂਟਸ ਆਫ ਅਦਰ ਐਲੀਮੈਂਟਸ, ਡਿਪੈਂਡ ਕਰਦਾ ਵੀ ਕਿਸ ਟਾਈਪ ਦਾ ਕੋਲ ਹੈਗਾ, ਕਿੱਥੋਂ ਕੱਢਿਆ ਗਿਆ. ਉਹ 'ਚ ਕੁਛ ਨਾ ਕੁਛ ਸਲਫਰ, ਕੋਈ ਹਾਈਡਰੋਜਨ, ਦੂਜੀਆਂ ਚੀਜ਼ਾਂ ਵੀ ਹੋ ਸਕਦੀਆਂ, ਠੀਕ ਹੈ. ਬਟ ਮੋਸਟਲੀ ਇਟ ਇਜ਼ ਕਾਰਬਨ, ਠੀਕ ਹੈ. ਕੋਲ ਇਜ਼ ਵਨ ਆਫ ਦੀ ਫਿਊਲਸ ਯੂਜ਼ ਟੂ ਕੁੱਕ ਫੂਡ. ਇਹ ਫਿਊਲ ਹੈਗਾ, ਇੱਕ ਬਾਲਣ ਹੈਗਾ. ਬਾਲਣ ਮੀਨਸ ਇਟ ਗਿਵਜ਼ ਐਨਰਜੀ. ਇਟ ਕੈਨ ਬੀ ਯੂਜ਼ਡ ਐਜ਼ ਅ ਸੋਰਸ ਆਫ ਐਨਰਜੀ ਫॉर ਕੁਕਿੰਗ ਫੂਡ. ਆਪਣੇ ਇੰਡੀਆ 'ਚ ਅੱਜ ਕੱਲ੍ਹ ਤੇ ਘੱਟ ਗਿਆ, ਪਰ ਪਿੰਡਾਂ 'ਚ ਹਾਲੇ ਵੀ ਯੂਜ਼ ਕੀਤਾ ਜਾਂਦਾ ਕਈ ਜਗ੍ਹਾ. ਐਂਡ ਮੈਨੂੰ ਯਾਦ ਹੈ ਅਸੀਂ ਅੰਗੀਠੀਆਂ ਚਲਾਉਂਦੇ ਸੀਗੇ, ਚੁੱਲ੍ਹੇ 'ਚ ਬਾਲਦੇ ਸੀਗੇ, ਹੈ ਨਾ. ਅਰਲੀਅਰ ਪਹਿਲਾਂ ਇਟ ਵਾਜ਼ ਯੂਜ਼ ਟੂ ਪ੍ਰੋਡਿਊਸ ਸਟੀਮ ਟੂ ਰਨ ਦੀ ਰੇਲਵੇ ਇੰਜਨਸ. ਜਿਹੜੀਆਂ ਪੁਰਾਣੀਆਂ ਟ੍ਰੇਨਾਂ ਚੱਲਦੀਆਂ ਸੀ ਬੱਚਿਓ, ਤੁਸੀਂ ਸ਼ਾਇਦ ਤੁਹਾਨੂੰ ਨਹੀਂ ਪਤਾ ਹੋਏਗਾ, ਅਸੀਂ ਛੋਟੇ ਹੁੰਦੇ ਦੇਖਿਆ, ਕਰੀਬ 40 ਸਾਲ ਪਹਿਲੇ ਛੋਟੇ ਹੁੰਦੇ, ਹੈ ਨਾ, ਜਦੋਂ ਅਸੀਂ ਪਿੰਡ ਜਾਂਦੇ ਹੁੰਦੇ ਸੀਗੇ ਗੱਡੀਆਂ 'ਚ ਕਿਤੇ ਜਾਣਾ, ਅਤੇ ਉਹ ਜਿਹੜੀ ਉਹ 'ਚ ਕੋਲੇ ਨਾਲ ਚੱਲਦੀਆਂ ਸੀ ਟ੍ਰੇਨਾਂ. ਉਹ ਕੋਲਾ ਪਾਉਂਦੇ ਸੀ, ਕੋਲਾ ਜਲਦਾ ਸੀ, ਉਧਰੋਂ ਸਟੀਮ ਬਣਦੀ ਸੀ, ਸਟੀਮ ਦੇ ਨਾਲ ਫਿਰ ਇੰਜਨ ਚੱਲਦਾ ਸੀਗਾ. ਤੁਸੀਂ ਪੜ੍ਹਿਆ ਹੋਣਾ ਆਪਣੀ ਕਿਤਾਬਾਂ ਵਿੱਚ ਕਿ ਸਟੀਮ ਇੰਜਨ ਵਾਜ਼ ਇਨਵੈਂਟਡ ਬਾਏ ਜੇਮਸ ਵਾਟ, ਠੀਕ ਹੈ ਨਾ. ਇੱਕ ਸਾਇੰਟਿਸਟ ਸੀਗਾ, ਬ੍ਰਿਟਿਸ਼ ਸਾਇੰਟਿਸਟ ਜੇਮਸ ਵਾਟ. ਹੀ ਹੈਡ ਇਨਵੈਂਟਡ ਦੀ ਸਟੀਮ ਇੰਜਨ. ਸੋ ਪਹਿਲਾਂ ਜਿਹੜਾ ਸੀਗਾ ਪੁਰਾਣੇ ਜ਼ਮਾਨੇ ਵਿੱਚ ਜਿਹੜਾ ਕੋਲਾ ਹੈਗਾ, ਕੋਲਾ ਇਹਨੂੰ ਸਟੀਮ ਇੰਜਨ ਵਾਸਤੇ ਵਰਤਿਆ ਜਾਂਦਾ ਸੀ. ਰੇਲ ਦੇ ਇੰਜਨ ਇਹਨਾਂ ਚੱਲਦੇ ਸੀ, ਗੱਡੀਆਂ ਇਹਨਾਂ ਚੱਲਦੀਆਂ ਸੀਗੀਆਂ. ਸੋ ਕੋਲਾ ਜਲਾਇਆ ਜਾਂਦਾ ਸੀਗਾ, ਉੱਧਰੋਂ ਪਾਣੀ ਉਬਲਦਾ ਸੀਗਾ, ਪਾਣੀ ਉਬਲ ਕੇ ਜਿਹੜੀ ਸਟੀਮ ਆਉਂਦੀ ਸੀ ਉਹ ਕਲੈਕਟ ਕੀਤੀ ਜਾਂਦੀ ਸੀ ਅੰਡਰ ਪ੍ਰੈਸ਼ਰ. ਇਟ ਵਾਜ਼ ਯੂਜ਼ ਟੂ ਡਰਾਈਵ ਦੀ ਇੰਜਨਸ, ਠੀਕ ਹੈ. ਇਟ ਇਜ਼ ਆਲਸੋ ਯੂਜ਼ਡ ਇਨ ਥਰਮਲ ਪਾਵਰ ਪਲਾਂਟਸ. ਥਰਮਲ ਮੈਨੇ ਦੱਸਿਆ ਤੁਹਾਨੂੰ ਪਹਿਲੇ ਵੀ ਕਿਸੇ ਵੀਡੀਓ 'ਚ ਆਇਆ ਸੀਗਾ. ਥਰਮਲ ਇਜ਼ ਐਨ ਐਡਜੈਕਟਿਵ ਆਫ ਹੀਟ. ਹੀਟ ਇਜ਼ ਨਾਊਨ and heat the adjective है thermal, that means related to heat. power मैंने electricity power है ना, plant. thermal power plant मतलब ਉਹ ਬੱਚਿਓ ਜਿਹੜੇ ਜਿੱਥੇ ਕੋਲੇ ਤੋਂ ਪਾਣੀ ਉਬਾਲਿਆ ਜਾਂਦਾ ਹੈ, ਸਟੀਮ ਬਣਾਈ ਜਾਂਦੀ ਹੈ, ਫਿਰ ਉਹ ਸਟੀਮ ਦੇ ਨਾਲ ਟਰਬਾਈਨ ਚਲਾਏ ਜਾਂਦੇ ਨੇ, ਟਰਬਾਈਨ ਤੋਂ ਜਨਰੇਟਰ ਘੁਮਾਇਆ ਜਾਂਦਾ ਅਤੇ ਬਿਜਲੀ ਪੈਦਾ ਹੁੰਦੀ ਹੈ. ਸੋ ਪ੍ਰੋਡਿਊਸ ਇਲੈਕਟ੍ਰੀਸਿਟੀ. ਸੋ ਥਰਮਲ ਪਾਵਰ ਪਲਾਂਟ ਵਿੱਚ ਜਿਹੜੀ ਬਿਜਲੀ ਬਣਾਈ ਜਾਂਦੀ ਹੈ, it is produced by using coal. तो ਕੋਲੇ ਤੋਂ ਵੀ ਬਿਜਲੀ ਬਣਾਈ ਜਾਂਦੀ ਹੈ, ਠੀਕ ਹੈ. ਸੋ ਕੋਲਾ ਇਹ ਦੇਖੋ ਖਾਣਾ ਬਣਾਉਣ ਲਈ ਵਰਤਿਆ ਜਾਂਦਾ ਸੀਗਾ, ਅੱਜ ਕੱਲ੍ਹ ਘੱਟ ਵਰਤਿਆ ਜਾਂਦਾ ਹੈ. ਕੋਲਾ ਜਿਹੜਾ ਹੈ ਰੇਲਵੇ ਦੇ ਇੰਜਨ ਚਲਾਉਣ ਲਈ ਵਰਤਿਆ ਜਾਂਦਾ ਸੀਗਾ, ਅੱਜ ਕੱਲ੍ਹ ਤੇ ਬਿਜਲੀ ਨਾਲ, ਡੀਜ਼ਲ ਨਾਲ. ਅਤੇ ਦੂਜੀ ਗੱਲ ਇਹ, ਅੱਜ ਵੀ ਮੈਨੀ ਥਰਮਲ ਪਲਾਂਟਸ, ਬੜੇ ਸਾਰੇ ਥਰਮਲ ਸਟੇਸ਼ਨ ਨੇ ਜਿੱਥੇ ਕੋਲੇ ਤੋਂ ਬਿਜਲੀ ਪੈਦਾ ਕੀਤੀ ਜਾਂਦੀ ਹੈ. ਫਿਰ ਕੋਲ ਇਜ਼ ਆਲਸੋ ਯੂਜ਼ਡ ਐਜ਼ ਐਨ ਇੰਡਸਟਰੀਅਲ ਫਿਊਲ. ਬੜੀ ਜ਼ਿਆਦਾ ਇੰਡਸਟਰੀਆਂ ਜਿਹੜੀਆਂ ਹੈਗੀਆਂ ਜਿਹਨਾਂ ਨੂੰ ਅਸੀਂ ਕਹਿ ਸਕਦੇ ਹਾਂ ਵੀ ਜਿੱਥੇ ਮੈਟਲਸ ਤਿਆਰ ਕੀਤੇ ਜਾਂਦੇ ਨੇ, ਹੈ ਨਾ. ਇਹ ਕਾਸਟ ਆਇਰਨ ਦੀਆਂ ਫੈਕਟਰੀਆਂ ਹੈਗੀਆਂ ਨੇ ਜਾਂ ਲੋਹੇ ਦੀਆਂ ਫੈਕਟਰੀਆਂ ਹੈਗੀਆਂ ਨੇ ਜਿਹੜੀਆਂ, ਉੱਥੇ ਇੰਡਸਟਰੀ ਵਿੱਚ ਬੜੀ ਜਗ੍ਹਾ ਜਿੱਥੇ ਐਨਰਜੀ ਚਾਹੀਦੀ ਹੈ, ਕੋਲ ਇਜ਼ ਯੂਜ਼ਡ ਐਜ਼ ਐਨ ਇੰਡਸਟਰੀਅਲ ਫਿਊਲ ਆਲਸੋ. ਸਿੰਸ ਇਟ ਵਾਜ਼ ਫਾਰਮਡ ਫਰੋਮ ਦੀ ਰਿਮੇਨਸ ਆਫ ਵੈਜੀਟੇਸ਼ਨ, ਕੋਲ ਇਜ਼ ਆਲਸੋ ਕਾਲਡ ਅ ਫੋਸਿਲ ਫਿਊਲ. ਹੁਣ ਬੱਚੇ ਇਹ ਵੀ ਤੁਸੀਂ ਆ ਸਕਦਾ ਹੈ ਛੋਟਾ ਜਿਹਾ ਸਵਾਲ ਕਿ ਵਾਈ ਕੋਲ ਇਜ਼ ਅ
fossil fuel because coal is obtained from the remains of vegetation. remains मैंने ਹੁੰਦਾ ਰਹਿੰਦ ਖੂਨ ਜੋ ਬਚ ਗਈ। fossil ਬੱਚਿਓ ਇਹਦਾ ਮਤਲਬ ਕੀ ਮੈਂ ਤੁਹਾਨੂੰ ਦੱਸ ਦਿੰਦਾ। fossil ਦਾ ਮਤਲਬ ਹੁੰਦਾ ਹੈ ਕਿ any remains of living beings, ਚਾਹੇ ਉਹ ਪਲਾਂਟ ਹੋਵੇ, ਚਾਹੇ ਜਾਨਵਰ ਹੋਵੇ, ਚਾਹੇ ਇਨਸਾਨ ਹੋਵੇ, ਅਸੀਂ ਕਹਿੰਦੇ ਨਾ fossils of dinosaur, ਜਾਂ ਤਾਂ ਉਹਦੇ ਰਿਮੇਨਸ ਹੋਣ ਤੇ ਜਾਂ ਉਹਨਾਂ ਦਾ ਕੋਈ ਨਿਸ਼ਾਨ ਹੋਵੇ, ਠੀਕ ਹੈ ਨਾ। ਹੋਰ ਉਹ ਬਾਅਦ ਚੋਂ ਖੁਦਾਈ ਕਰਕੇ ਮਿਲੇ, ਖੁਦਾਈ ਕਰਕੇ ਉਹਨਾਂ ਦਾ ਕੋਈ ਨਿਸ਼ਾਨ ਮਿਲੇ ਜਾਂ ਉਹਨਾਂ ਦੀ ਕੋਈ ਹੱਡੀ, ਕੋਈ ਦੰਦ, ਕੋਈ ਹੋਰ ਰਹਿੰਦ ਖੂਨ ਚੀਜ਼ ਮਿਲੇ, ਉਹਨੂੰ ਕਿਹਾ ਜਾਂਦਾ ਹੈ ਫੋਸਿਲ, ਠੀਕ ਹੈ। ਬਿਕੋਜ਼ coal is a remain of, coal is formed by remains of vegetation, plants ਦੇ remains ਹੈਗੇ ਨੇ, ਇਸ ਕਰਕੇ ਕੋਲ ਨੂੰ ਫੋਸਿਲ ਫਿਊਲ ਕਿਹਾ ਜਾਂਦਾ ਹੈ। ਬਿਕੋਜ਼ the word fossil itself means remains of a plant, remains of plant or animal or any living being which existed long time ago, maybe thousands of years ago, ਤੇ ਉਹ ਜਿਹੜੇ ਖੁਦਾਈ ਕੀਤੀ, when excavation was done, ਖੁਦਾਈ ਕਰਨਾ ਹੁੰਦਾ ਹੈ excavation, when excavation is done and you find that remain or you find the impression, then that impression or that remain is known as fossil, because coal is formed by the remains of vegetation, therefore coal is called a fossil fuel. आगे चलिए। On burning in air, coal gives off mainly carbon dioxide gas. क्यों बच्चों? Because coal is mostly carbon, so carbon plus oxygen is equal to carbon dioxide. So ਜਦੋਂ ਕੋਲੇ ਨੂੰ ਜਲਾਇਆ ਜਾਂਦਾ ਹੈ ਤੇ ਇਹ ਜਿਹੜਾ ਧੂਆਂ ਨਿਕਲਦਾ ਹੈ ਇਹ ਚੋਂ, it mostly consists of carbon dioxide gas, ਠੀਕ ਹੈ। ਤੇ ਅਗਲੀ ਗੱਲ ਕੀ ਹੈ, coal is processed in industry to get some useful products such as coke, coal tar and coal gas. ਇਹ ਬੱਚੋ ਯਾਦ ਕਰ ਲਓ ਤਿੰਨ ਚੀਜ਼ਾਂ। ਮਤਲਬ ਜਿਹੜਾ ਕੋਲ ਹੈ ਇੱਕ ਤੇ ਡਾਇਰੈਕਟਲੀ ਇਹਦਾ ਯੂਜ਼ ਕੀਤਾ ਜਾਂਦਾ ਹੈ, ਫਿਰ ਇਹਦੀ ਪ੍ਰੋਸੈਸਿੰਗ ਵੀ ਕੀਤੀ ਜਾਂਦੀ ਹੈ, ਇਹਦੇ ਵਿੱਚ ਕੋਈ ਚੇਂਜਸ ਲਿਆਈਆਂ ਜਾਂਦੀਆਂ ਹੈ, ਠੀਕ ਹੈ ਨਾ। ਤੇ ਉਹ ਚੇਂਜਸ ਤੋਂ ਫਿਰ ਕੀ ਪ੍ਰਾਪਤ ਕੀਤਾ ਜਾਂਦਾ ਹੈ? There are three things which are obtained. One is coke, another is coal tar and another is coal gas. So coal is processed in industry to obtain three products, useful products mainly coke, coal tar and coal gas. आगे चलिए। Okay, now coke. Coke is a nearly pure form of carbon. ਮਤਲਬ ਕਿ ਇਹਨੂੰ ਹੋਰ ਪਿਓਰ ਕਰ ਦਿੱਤਾ ਜਾਂਦਾ ਹੈ, ਮਤਲਬ ਕਿ ਜਿਹੜੇ ਉਹਨੂੰ ਪ੍ਰੋਸੈਸਿੰਗ ਕੀਤੀ ਜਾਂਦੀ ਹੈ, ਬਿਕੋਜ਼ ਕੋਲ ਇਜ਼ ਮੋਸਟਲੀ ਕਾਰਬਨ ਐਂਡ ਕੋਕ ਇਜ਼ ਨੀਅਰਲੀ ਪਿਓਰ ਫਾਰਮ ਆਫ ਕਾਰਬਨ। ਇਟ ਇਜ਼ ਅ ਟਫ porous, porous means it has got small pores, it is not solid like you can say iron or some metal, it means it has got very small holes in it, ठीक है। So it's a tough, porous and black substance and it is made by heating coal in the absence of air. ਅਸੀਂ ਕਹਿੰਦੇ ਕਿ it is coke is obtained by processing of coal. So what is that processing? That processing involves heating the coal in the absence of air. So ਇੱਕ ਲਾਈਨ ਤੁਸੀਂ ਯਾਦ ਰੱਖ ਸਕਦੇ ਹੋ ਬੜੇ ਆਰਾਮ ਦੇ ਨਾਲ, coke is obtained by heating coal in the absence of air, ਠੀਕ ਹੈ, and it is a nearly pure form of carbon. ਤੇ ਅਗਲੀ ਗੱਲ ਕੀ ਹੈ, coke is used in the manufacture of steel and in the extraction of many metals. ਇਹਦਾ ਇੱਕ use ਹੈਗਾ, ਇਹ ਸਟੀਲ ਦੀ ਫਾਰਮੇਸ਼ਨ, ਸਟੀਲ ਦੀ ਮੈਨੂਫੈਕਚਰਿੰਗ ਵਿੱਚ यूज़ ਕੀਤਾ ਜਾਂਦਾ ਹੈ and the extraction of many other metals. आगे चलिए। Okay, coal tar. Coal tar is a byproduct of the production of coke and coal gas from coal. मतलब coal tar ਜਿਹਦਾ ਝੁੰਗਾ ਮਿਲ ਗਿਆ ਆਪਣੇ ਆਪ ਬਾਈ ਪ੍ਰੋਡਕਟ ਹੁੰਦਾ ਹੈ ਕਿ ਮੈਂ ਕੁਝ ਬਣਾਉਣਾ ਚਾਹੁੰਦਾ ਸੀਗਾ ਪਰ ਬਣਾਉਂਦੇ ਬਣਾਉਂਦੇ ਇੱਕ ਚੀਜ਼ ਜਿਹੜੀ ਐਕਸਟਰਾ ਬਣ ਗਈ, ਮਤਲਬ ਆਈ ਡਿਡਨਟ ਵਾਂਟ ਇਟ, ਪਰ ਉਹ ਕੰਮ ਦੀ ਹੈ। ਸੋ ਕੋਲ ਤਾਰ ਇਜ਼ ਅ ਬਾਈ ਪ੍ਰੋਡਕਟ, ਬਾਈ ਪ੍ਰੋਡਕਟ ਸਮਝਦੇ ਬੱਚਿਓ। ਸੋ ਬਾਈ ਪ੍ਰੋਡਕਟ ਮੀਨਸ ਅ ਪ੍ਰੋਡਕਟ ਵਿਚ ਇਜ਼ obtained ਆਟੋਮੈਟਿਕਲੀ, ਮਤਲਬ ਕੁਝ ਬਣਾ ਰਹੇ ਸੀ ਤੇ ਨਾਲ ਉਹ ਚੀਜ਼ ਬਣ ਗਈ, ਠੀਕ ਹੈ। ਸੋ ਕੋਲ ਤਾਰ ਇਜ਼ ਅ ਬਾਈ ਪ੍ਰੋਡਕਟ ਆਫ ਦੀ ਪ੍ਰੋਡਕਸ਼ਨ ਆਫ ਕੋਕ ਐਂਡ ਕੋਲ ਗੈਸ ਫਰਮ ਕੋਲ। ਇਹਦਾ ਮਤਲਬ ਕੀ ਹੋਇਆ, ਜਦੋਂ ਕੋਲ ਤੋਂ ਕੋਕ ਬਣਾਇਆ ਜਾਂਦਾ ਹੈ ਜਾਂ ਕੋਲ ਤੋਂ ਕੋਲ ਗੈਸ ਬਣਾਈ ਜਾਂਦੀ ਹੈ ਤੇ ਕੋਲ ਤਾਰ ਵੀ ਨਾਲ ਬਣ ਜਾਂਦਾ ਹੈ, ਮਤਲਬ ਉਹਦਾ ਰੈਜ਼ੀਡਿਊ ਹੈ, ਉਹਦਾ ਜਿਹੜਾ
ਉਹ ਚੋਂ ਕੋਈ ਜਿਹੜੀ ਰਹਿੰਦ ਖੂੰਦ ਬਚੀ ਉਹ ਕੋਲ ਤਾਰ ਹੈ। ਇਟਸ ਅ ਬਾਈ ਪ੍ਰੋਡਕਟ। ਠੀਕ ਹੈ। ਇਟਸ ਅ ਬਲੈਕ ਥਿਕ ਲਿਕੁਇਡ, ਬੜਾ ਸੰਘਣਾ ਕਾਲੇ ਰੰਗ ਦਾ ਹੈ, ਤਰਲ ਪਦਾਰਥ ਹੈ। ਵਿਦ ਐਨ ਅਨਪਲੈਜ਼ੈਂਟ ਸਮੈਲ, ਤੇ ਇਹਦੀ ਸਮੈਲ ਬੜੀ ਅਜੀਬੋ ਗਰੀਬ ਹੈ, ਸੁਖਾਵੀ ਸਮੈਲ ਨਹੀਂ ਹੈਗੀ। ਅਨਪਲੈਜ਼ੈਂਟ ਮੀਨਸ ਅਨਸੁਖਾਵੀ, ਮਤਲਬ ਵਧੀਆ ਨਹੀਂ ਹੈ। ਠੀਕ ਹੈ। ਇਟਸ ਅ ਮਿਕਸਚਰ ਆਫ ਅਬਾਊਟ 200 ਸਬਸਟੈਂਸਿਸ। ਕਹਿੰਦੇ ਇੱਕ ਕਿਸਮ ਦਾ ਕਿਚੂ ਮਿਚੂ ਜਿਹਾ ਹੋਇਆ ਪਿਆ, ਮਤਲਬ ਕਿ ਕੋਲ ਤਾਰ ਜਿਹੜਾ ਹੈ ਇਟਸ ਅ ਮਿਕਸਚਰ ਆਫ ਅਬਾਊਟ 200 ਸਬਸਟੈਂਸਿਸ ਬਿਕੋਜ਼ ਇਟਸ ਅ ਬਾਈ ਪ੍ਰੋਡਕਟ। ਠੀਕ ਹੈ। So coal tar is used for manufacturing various substances used in everyday life and in industry। ਮਤਲਬ ਕੋਲ ਤਾਰ ਹੈ, ਦੇਖੋ ਹੈ ਤੇ ਬਾਈ ਪ੍ਰੋਡਕਟ ਪਰ ਇਹਦੇ ਯੂਜ਼ਸ ਬੜੇ ਨੇ। ਕਹਿੰਦੇ ਇਟ ਇਜ਼ ਯੂਜ਼ਡ ਫॉर ਮੈਨੂਫੈਕਚਰਿੰਗ, ਬਣਾਉਣ ਵਾਸਤੇ ਵੇਰੀਅਸ ਸਬਸਟੈਂਸਿਸ, ਕਈ ਚੀਜ਼ਾਂ ਬਣਾਉਣ ਲਈ। ਐਵਰੀਡੇ ਲਾਈਫ ਜਿਹੜੀਆਂ ਅਸੀਂ ਆਮ ਯੂਜ਼ ਕਰਦੇ ਹਾਂ ਉਹਦੀ ਅਸੀਂ ਅੱਗੇ ਲਿਸਟ ਦਿਖਾਵਾਂਗੇ ਤੁਹਾਨੂੰ, ਤੇ ਇਨ ਇੰਡਸਟਰੀ ਆਲਸੋ, ਇੰਡਸਟਰੀ ਵਿੱਚ ਵੀ ਯੂਜ਼ ਕੀਤਾ ਜਾਂਦਾ ਹੈ। ਠੀਕ ਹੈ। ਆਓ ਦੇਖੀਏ ਹੁਣ ਕਿਹਦੇ ਕਿਹਦੇ ਲਈ। ਇਟ ਇਜ਼ ਯੂਜ਼ਡ ਫॉर ਮੇਕਿੰਗ ਸਿੰਥੈਟਿਕ ਡਾਈਜ਼, ਰੰਗ ਬਣਾਉਣ ਲਈ, ਸਿੰਥੈਟਿਕ ਆਰਟੀਫਿਸ਼ੀਅਲ ਕਲਰਸ। ਡਰੱਗਸ, ਦਵਾਈਆਂ ਲਈ। ਕਾਸਮੈਟਿਕਸ, ਕਰੀਮਾਂ ਵਗੈਰਾ, ਮੇਕਅਪ ਦਾ ਸਮਾਨ। ਐਕਸਪਲੋਸਿਵਸ, ਜਿਹੜੇ ਆ ਬੰਬ ਪਟਾਕੇ ਹੈ ਨਾ। ਪਰਫਿਊਮਸ, ਸੈਂਟਸ। ਕਿੰਨੀ ਕਮਾਲ ਦੀ ਗੱਲ ਹੈ ਦੇਖੋ, ਹੈ ਕੋਲ ਤਾਰ ਤੋਂ। ਪਲਾਸਟਿਕਸ, ਵੀ ਹੈਵ ਆਲਰੇਡੀ ਸਟੱਡੀਡ ਅਬਾਊਟ ਪਲਾਸਟਿਕਸ, ਹੈ ਨਾ। ਸਿੰਥੈਟਿਕ ਫਾਈਬਰਸ ਦੇ ਵਿੱਚ ਪੜ੍ਹਿਆ ਸੀ ਆਪਾਂ ਪਲਾਸਟਿਕ ਕਿੱਦਾਂ ਬਣਦਾ, ਤੇ ਪਲਾਸਟਿਕ ਵੀ ਇੱਧਰੋਂ ਹੀ ਬਣਦਾ ਹੈ ਪੈਟਰੋਕੈਮੀਕਲਸ ਦੇ ਪ੍ਰੋਸੈਸਿੰਗ ਦੇ ਨਾਲ। ਪੇਂਟਸ, ਫੋਟੋਗ੍ਰਾਫਿਕ ਮਟੀਰੀਅਲਸ, ਰੂਫਿੰਗ ਮਟੀਰੀਅਲ, ਛੱਤ ਨੂੰ ਜਿਹੜੇ ਅਸੀਂ ਉਹਨੂੰ ਵਾਟਰਪ੍ਰੂਫਿੰਗ ਕਰਨੀ ਹੈ ਉੱਥੇ ਵੀ ਲੈਂਟਰ ਪੈਂਦਾ ਜਿਹੜੇ ਉੱਥੇ ਯੂਜ਼ ਕੀਤਾ ਜਾਂਦਾ ਹੈ। ਠੀਕ ਹੈ ਨਾ। ਫਿਰ ਨੈਫਥਲਿਨ ਬਾਲਸ, ਚਿੱਟੀਆਂ ਜਿਹਨੂੰ ਕਹਿੰਦੇ ਫਰਨੈਲ ਦੀਆਂ ਗੋਲੀਆਂ, ਜਿਹੜੀਆਂ ਅਸੀਂ ਆਮ ਗਰਮੀਆਂ 'ਚ ਨਾ ਜਾਂ ਸਰਦੀਆਂ 'ਚ ਉਹ ਪਾ ਦਿੰਦੇ ਹਾਂ ਆਪਣੀ ਪੇਟੀਆਂ ਦੇ ਵਿੱਚ, ਜਿੱਥੇ ਰੂਹ ਦੇ ਕੱਪੜੇ ਹੁੰਦੇ ਨੇ, ਉੱਨ ਦੇ ਕੱਪੜੇ ਹੁੰਦੇ ਨੇ, ਤਾਂ ਕਿ ਟਿੱਡੀਆਂ ਜਾਂ ਹੋਰ ਜਿਹੜੇ ਕੀੜੇ ਮਕੌੜੇ ਉਹਨਾਂ ਨੂੰ ਖਾ ਨਾ ਜਾਣ। ਸੋ ਨੈਫਥਲੀਨ ਬਾਲਸ, ਦੈਟ ਵਾਈਟ ਕਲਰਡ ਨੈਫਥਾ ਬਾਲਸ, ਯੂਜ਼ਡ ਫॉर ਕੀਪਿੰਗ ਅਵੇ ਮੋਥਸ, ਮੋਥਸ ਹੁੰਦੇ ਨੇ ਕੀੜੇ ਕਾਡੇ ਜਿਹੜੇ, ਟਿੱਡੀਆਂ ਵਗੈਰਾ, ਐਂਡ ਅਦਰ ਇਨਸੈਕਟਸ, ਕੀੜੇ ਮਕੌੜੇ, ਆਰ ਆਲਸੋ obtained ਫॉर ਕੋਲ ਟਾਰ। ਜਿਹੜੀ ਨੈਫਥਾ ਬਾਲਸ ਜਿਹੜੀਆਂ ਇਹ ਵੀ ਕੋਲ ਤਾਰ ਤੋਂ ਬਣਦੀਆਂ। ਦੇਖੋ ਉਹ ਚਿੱਟੇ ਰੰਗ ਦੀਆਂ ਹੈਗੀਆਂ ਨੈਫਥਾ ਬਾਲਸ, ਤੇ ਜਿਹੜਾ ਇਹ ਕੋਲ ਤਾਰ ਹੈਗਾ ਇਟਸ ਥਿਕ ਬਲੈਕ ਇਨ ਕਲਰ। ਠੀਕ ਹੈ। ਅਰਲੀਅਰ ਕੋਲ ਤਾਰ ਵਾਜ਼ ਆਲਸੋ ਯੂਜ਼ਡ ਫॉर ਮੈਟਲਿੰਗ ਆਫ ਰੋਡਸ। ਪਹਿਲਾਂ ਪੁਰਾਣੇ ਦਿਨਾਂ ਵਿੱਚ ਇਹ ਸੜਕ ਉੱਤੇ ਵੀ ਕੋਲ ਤਾਰ ਪਾ ਕੇ ਮੈਟਲਿੰਗ ਆਫ ਰੋਡਸ, ਮਤਲਬ ਸੜਕ ਪੱਕੀ ਕਰਨ ਲਈ ਕੀਤਾ ਜਾਂਦਾ ਸੀਗਾ, ਪਰ ਅੱਜ ਕੱਲ੍ਹ ਇਹਨੂੰ ਘੱਟ ਯੂਜ਼ ਕਰਦੇ ਨੇ। ਦੀਜ਼ ਡੇਜ਼ ਬਿਟੂਮਨ, ਇੱਕ ਹੋਰ ਪ੍ਰੋਡਕਟ ਹੈਗਾ, ਪੈਟਰੋਲੀਅਮ ਦਾ ਪ੍ਰੋਡਕਟ ਹੈਗਾ ਬਿਟੂਮਨ, ਇਜ਼ ਯੂਜ਼ਡ ਇਨ ਪਲੇਸ ਆਫ ਕੋਲ ਤਾਰ ਫॉर ਦੈਟ ਪਰਪਸ। ਸੋ ਹੋ ਸਕਦਾ ਕਿਤੇ ਕਿਤੇ ਕੋਲ ਤਾਰ ਹਾਲੇ ਵੀ ਯੂਜ਼ ਹੋ ਰਿਹਾ ਹੋਵੇ, ਪਰ ਅੱਜ ਕੱਲ੍ਹ ਬਿਟੂਮਨ ਜ਼ਿਆਦਾ ਯੂਜ਼ ਹੁੰਦਾ ਹੈ। ਸੋ ਬੱਚਿਓ ਇਹ ਜਿਹੜੇ ਇਹ ਕੁਛ ਪੁਆਇੰਟਸ ਹੈਗੇ ਨੇ, ਇਹ ਤੁਹਾਨੂੰ ਯਾਦ ਹੋਣੇ ਚਾਹੀਦੇ ਨੇ। ਸੋ ਦੇਖੋ ਇਹ ਬੜਾ ਆਸਾਨ ਹੈ। ਡੀ ਫॉर ਡਾਈਜ਼, ਡੀ ਤੋਂ ਦੋ ਤਿੰਨ ਹੈਗੇ ਨੇ, ਡੀ ਡਾਈਜ਼ ਡਰੱਗਸ, ਫਿਰ ਪੀ ਤੋਂ ਫਿਰ ਅੱਗੇ ਈ ਆ ਗਿਆ, ਸੀ ਈ ਕਰ ਦਿਓ ਚਲੋ, ਫਿਰ ਅੱਗੇ ਪੀ ਤੋਂ ਪਰਫਿਊਮ, ਪਲਾਸਟਿਕ ਤੇ ਪੇਂਟ ਤੇ ਫੋਟੋਗ੍ਰਾਫੀ, ਚਾਰ ਹੈ ਹੋ ਗਏ। ਫਿਰ ਆਰ ਆ ਗਿਆ ਰੂਫਿੰਗ ਮਟੀਰੀਅਲ। ਤਾਂ ਆਸਾਨ ਹੈ, ਤੁਸੀਂ 4-5 ਪੁਆਇੰਟ ਯਾਦ ਕਰ ਸਕਦੇ ਹੋ। ਨੈਫਥਾ ਬਾਲ ਤੁਹਾਨੂੰ ਯਾਦ ਰਹਿਣੀ ਚਾਹੀਦੀ ਹੈ, ਇਹ ਤੇ ਭੁੱਲੇਗਾ ਨਹੀਂ ਕਦੀ, ਕਿਉਂਕਿ ਅਸੀਂ ਫਰਨੈਲ ਦੀਆਂ ਗੋਲੀਆਂ ਪਾਉਂਦੇ ਹਾਂ ਆਪਣੇ ਦੀਵਾਨਾਂ ਦੇ ਵਿੱਚ, ਪੇਟੀਆਂ ਦੇ ਵਿੱਚ, ਟਰੰਕਾਂ ਦੇ ਵਿੱਚ, ਜਿੱਥੇ ਅਸੀਂ ਰਜਾਈਆਂ ਰੱਖਦੇ ਹਾਂ, ਤਲਾਈਆਂ ਰੱਖਦੇ ਹਾਂ, ਵੀ ਕੀਪ ਔਰ ਕਿਲਟਸ, ਹੈ ਨਾ, ਤੇ ਡਿਊਵੇ, ਤੇ ਹੋਰ ਜਿਹੜੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਸਰਾਣੇ ਜਾਂ ਹੋਰ ਚੀਜ਼ਾਂ ਜਿਹੜੀਆਂ ਉੱਨ ਦੇ ਕੱਪੜੇ, ਹੈ ਨਾ। ਸੋ ਉਹ ਉਹਨਾਂ ਨੂੰ ਬਚਾਉਣ ਲਈ ਵੀ ਟਿੱਡੀ ਨਾ ਖਾ ਜਾਏ, ਕੀੜੇ ਮਕੌੜੇ ਨਾ ਖਾ ਜਾਣ, ਉੱਲੀ ਨਾ ਲੱਗ ਜਾਏ, ਉਹਦੇ ਲਈ ਨੈਫਥਾ ਬਾਲਸ ਦੇ ਆਰ ਆਲਸੋ ਮੇਡ ਫਰੋਮ ਕੋਲ ਟਾਰ। ਤੇ ਸੜਕ ਦਾ ਤੁਹਾਨੂੰ ਯਾਦ ਆਈ ਜਾਏ, ਕਾਲੇ ਰੰਗ ਦੀ ਸੜਕ ਹੁੰਦੀ ਹੈ। ਸੋ ਅਰਲੀਅਰ ਡੇਜ਼ ਕੋਲ ਟਾਰ ਵਾਜ਼ ਯੂਜ਼ਡ ਫॉर ਮੈਟਲਿੰਗ ਦਾ ਰੋਡਸ, ਬਟ ਨਾਓ ਡੇਜ਼ ਬਿਟੂਮਨ ਇਜ਼ ਯੂਜ਼ਡ। ਠੀਕ ਹੈ। ਆਓ ਅੱਗੇ ਚਲੀਏ। ਹੁਣ ਅੱਗੇ ਵਜੇ ਕੋਲ ਗੈਸ, ਕਿਉਂਕਿ ਅਸੀਂ ਗੱਲ ਕਰ ਰਹੇ ਸੀ ਕਿ ਕੋਲੇ ਦੀ, ਬਾਈ ਦੀ ਪ੍ਰੋਸੈਸਿੰਗ ਆਫ ਕੋਲ ਵੀ obtain 3 ਪ੍ਰੋਡਕਟਸ, ਕੋਕ, ਕੋਲ ਤਾਰ ਐਂਡ ਕੋਲ ਗੈਸ। ਤੇ ਜਿਹੜਾ ਕੋਲ ਤਾਰ ਹੈ ਇਟ ਇਜ਼ ਆਟੋਮੈਟਿਕਲੀ obtained whenever we try to make coke or coal gas from coal, ਕੋਲ ਤਾਰ ਇਜ਼ ਅ ਬਾਈ ਪ੍ਰੋਡਕਟ। ਸੋ ਅਸੀਂ ਕੋਕ ਦੀ ਗੱਲ ਕਰ ਲਈ ਤੇ ਅਸੀਂ ਕੋਲ ਤਾਰ ਦੀ ਗੱਲ ਕਰ ਲਈ। ਹੁਣ ਕੋਲ ਗੈਸ, ਕੋਲ ਗੈਸ ਇਜ਼ ਅ ਫਲੇਮੇਬਲ, ਫਲੇਮੇਬਲ ਮੈਨੇ ਜਵਲਨਸ਼ੀਲ, ਬੜੀ ਜਲਦੀ ਅੱਗ ਲੱਗ ਜਾਂਦੀ ਹੈ ਇਹਨੂੰ। ਕੋਲ ਗੈਸ ਇਜ਼ ਅ ਫਲੇਮੇਬਲ ਗੈਸੀਅਸ ਫਿਊਲ obtained during the processing of coal to get coke। ਮਤਲਬ ਕਿ ਇਹ ਵੀ ਕਿਸਮ ਦਾ ਉਹਦੇ ਵਿੱਚ ਹੀ ਨਿਕਲ ਜਾਂਦਾ ਹੈ, ਇੱਕੋ ਪ੍ਰੋਸੈਸ ਹੈ। ਸੋ ਵੈਨ ਐਵਰ ਵੀ ਆਰ ਪ੍ਰੋਸੈਸਿੰਗ ਦੀ ਕੋਲ ਟੂ ਗੈਟ ਕੋਕ, ਉਸ ਪ੍ਰੋਸੈਸ ਦੇ ਕਿਸੇ ਇੱਕ ਸਟੇਜ 'ਤੇ ਆ ਕੇ ਜਿਹੜੀ ਉਹ ਗੈਸ ਨਿਕਲਦੀ ਹੈ ਉਹਨੂੰ ਇਕੱਠਾ ਕੀਤਾ ਜਾਂਦਾ ਹੈ। ਸੋ ਦੈਟ ਇਜ਼ ਨੋਨ ਐਜ਼ ਕੋਲ ਗੈਸ।
ठीक है। इट इज़ प्रोड्यूस्ड व्हेन कोल इज़ हीटिड स्ट्रोंगली इन दी एबसेंस ऑफ एयर। ਜਦੋਂ ਇਹਨੂੰ ਬੜੀ ਤੇਜ਼ੀ ਨਾਲ ਗਰਮ ਕੀਤਾ ਜਾਂਦਾ ਹੈ, ਔਰ ਗਰਮ ਕਿਸ ਤਰ੍ਹਾਂ ਕੀਤਾ ਜਾਂਦਾ ਹੈ? ਇਨ ਦੀ ਐਬਸੈਂਸ ਆਫ ਏਅਰ, ਮਤਲਬ ਹਵਾ ਕੱਢ ਕੇ, ਹਵਾ ਨਹੀਂ ਮਿਲਣੀ ਚਾਹੀਦੀ, ਉਹ 'ਚ ਇਹਨੂੰ ਗਰਮ ਕੀਤਾ ਜਾਂਦਾ ਹੈ ਤੇ ਕੋਲ ਗੈਸ ਸਾਨੂੰ ਪ੍ਰਾਪਤ ਹੁੰਦੀ ਹੈ। ਠੀਕ ਹੈ। ਇਟ ਇਜ਼ ਯੂਜ਼ਡ ਐਜ਼ ਅ ਫਿਊਲ ਇਨ ਮੈਨੀ ਇੰਡਸਟਰੀਜ਼ ਸਿਚੁਏਟਿਡ ਨੀਅਰ ਦੀ ਕੋਲ ਪ੍ਰੋਸੈਸਿੰਗ ਪਲਾਂਟਸ। ਹੁਣ ਬੜਾ ਦੇਖੋ ਆਸਾਨ ਹੋ ਗਿਆ ਨਾ ਕੰਮ, ਜਿੱਥੇ ਕੋਲ ਪ੍ਰੋਸੈਸਿੰਗ ਪਲਾਂਟ ਚੱਲ ਰਿਹਾ ਉੱਥੇ ਬਿਜਲੀ ਦੀ ਲੋੜ ਵੀ ਪਏਗੀ ਅਤੇ ਉਹ ਉੱਥੇ ਕੋਲ ਗੈਸ ਬਣਦੀ ਵੀ ਪਈ ਹੈ। ਸੋ ਇਸ ਕੋਲ ਗੈਸ ਨੂੰ ਜਿਹੜਾ ਹੈ it is used as a fuel because it is highly inflammable. So it is in many industries which are situated near the coal processing plants. There the coal gas is used as an industrial fuel. आगे चलिए। ओके, अगला आ गया बच्चों पेट्रोलियम। The word petroleum is derived from word petra. Petra means rock, and oleum. Oleum means oil. So oil obtained from rock. Petra plus oleum gives us petroleum. That is oil obtained from the rocks. Why? Because it is mined from between the rocks under the earth. ਧਰਤੀ ਦੇ ਥੱਲੇ ਜਿਹੜੀਆਂ ਪਹਾੜੀਆਂ ਨੇ, ਧਰਤੀ ਦੇ ਥੱਲੇ ਹੀ ਪਹਾੜੀਆਂ ਨੇ, ਸਟੋਨਸ ਹੈਗੇ ਨੇ, ਰੌਕਸ ਹੈਗੀਆਂ ਨੇ, ਉਹਦੇ ਵਿੱਚ ਡਰਿਲ ਕਰ ਕਰਕੇ ਫਿਰ ਜਿਹੜਾ ਪੈਟਰੋਲ ਜਿਹੜਾ ਹੈ ਇਹ ਲੱਭਿਆ ਜਾਂਦਾ ਹੈ, ਪੈਟਰੋਲੀਅਮ ਲੱਭਿਆ ਜਾਂਦਾ ਹੈ ਅਤੇ ਉੱਥੋਂ ਦੀ ਪ੍ਰਾਪਤ ਕੀਤਾ ਜਾਂਦਾ ਹੈ। ਇਹ ਕਿਸ ਤਰ੍ਹਾਂ ਹੋਇਆ? ਜਿਸ ਤਰ੍ਹਾਂ ਕੋਲ ਬਣਿਆ, ਵੈਜੀਟੇਸ਼ਨ ਵਾਜ਼ ਬਰਿਡ। ਸੋ ਇਸੀ ਤਰ੍ਹਾਂ ਸਮੁੰਦਰ 'ਚ ਬੜੇ ਸਾਰੇ ਜੀਵ ਨੇ। ਠੀਕ ਹੈ। ਪੈਟਰੋਲੀਅਮ ਵਾਜ਼ ਫਾਰਮਡ ਫਰਮ ਆਰਗੈਨਿਜ਼ਮਸ ਲਿਵਿੰਗ ਇਨ ਦਾ ਸੀ। ਜਿਹੜੇ ਸਮੁੰਦਰ 'ਚ ਰਹਿੰਦੇ ਸੀ ਉਹ ਮਰਦੇ ਵੀ ਰਹਿੰਦੇ ਨੇ। ਐਜ਼ ਦੀਜ਼ ਆਰਗੈਨਿਜ਼ਮਸ ਡਾਈਡ, ਜਦੋਂ ਇਹ ਮਰ ਗਏ, ਬਹੁਤ ਸਾਰੇ ਵੱਡੀ ਤਾਦਾਦ 'ਚ ਕੁਛ ਨੈਚੁਰਲ ਪ੍ਰੋਸੈਸ ਹੋਇਆ ਹੋਏਗਾ, ਮਰ ਗਏ ਹੋਣਗੇ। ਦੇਅਰ ਬੋਡੀਜ਼ ਸੈਟਲਡ ਐਟ ਦੀ ਬੋਟਮ ਆਫ ਦਾ ਸੀ। ਉਹਨਾਂ ਦੀਆਂ ਲਾਸ਼ਾਂ, ਡੈਡ ਬੋਡੀਜ਼, ਵੈਨ ਦੇ ਡਾਈਡ ਨੈਚੁਰਲੀ ਦੇ ਸੈਟਲਡ ਐਟ ਦੀ ਬੋਟਮ ਆਫ ਦਾ ਸੀ ਐਂਡ ਗॉट ਕਵਰਡ ਵਿਦ ਲੇਅਰਸ ਆਫ ਸੈਂਡ ਐਂਡ ਕਲੇ। ਅਤੇ ਉਹਨਾਂ ਦੇ ਉੱਤੇ ਮਿੱਟੀ, ਲਹਿਰਾਂ ਦੇ ਨਾਲ, ਪਾਣੀ ਦੀ ਮੂਵਮੈਂਟ ਦੇ ਨਾਲ ਮਿੱਟੀ ਪੈਂਦੀ ਰਹੀ, ਉਹ ਦੱਬਦੇ ਗਏ ਥੱਲੇ। ਹੈਵਿੰਗ ਬੀਨ ਬਰਿਡ, ਉਹ ਦੱਬੇ ਗਏ ਓਵਰ ਮਿਲੀਅਨਸ ਆਫ ਈਅਰਸ, ਲੱਖੋਂ ਕਰੋੜੋਂ ਸਾਲ ਦੱਬੇ ਰਹਿਣ ਕਰਕੇ, ਅੰਡਰ ਦੀ ਹਾਈ ਟੈਂਪਰੇਚਰ ਐਂਡ ਪ੍ਰੈਸ਼ਰ ਐਂਡ ਦੀ ਐਬਸੈਂਸ ਆਫ ਏਅਰ, ਜਿੱਥੇ ਕੋਈ ਹਵਾ ਨਹੀਂ ਸੀ, ਬਹੁਤ ਜ਼ਿਆਦਾ ਗਰਮੀ ਸੀ, ਬਹੁਤ ਜ਼ਿਆਦਾ ਪ੍ਰੈਸ਼ਰ ਸੀ। ਦੀ ਡੈਡ ਆਰਗੈਨਿਜ਼ਮਸ ਵਰ ਟਰਾਂਸਫਾਰਮਡ ਇਨਟੂ ਨੈਚੁਰਲ ਗੈਸ ਐਂਡ ਪੈਟਰੋਲੀਅਮ। ਸੋ ਕੋਲ ਇਜ਼ obtained from the dead vegetation and petroleum and natural gas is obtained from the dead organisms. But this process took millions of years. ਲੱਖਾਂ ਕਰੋੜਾਂ ਸਾਲਾਂ ਦੇ ਵਿੱਚ dead organisms they change to natural gas and petroleum, and ਲੱਖਾਂ ਕਰੋੜਾਂ ਸਾਲਾਂ ਦੇ ਵਿੱਚ dead plants got converted to coal. ਅੱਗੇ ਚੱਲੀਏ। ਰਿਫਾਈਨਿੰਗ ਆਫ ਪੈਟਰੋਲੀਅਮ। ਰਿਫਾਈਨਿੰਗ ਹੁੰਦਾ ਬੱਚੋ ਸਾਫ਼ ਕਰਨਾ। ਪੈਟਰੋਲੀਅਮ ਇਜ਼ ਅ ਡਾਰਕ ਆਇਲੀ ਲਿਕੁਇਡ। ਡਾਰਕ ਹੈ, ਆਇਲੀ, ਮਤਲਬ ਕਿ ਚਿਕਨਾ ਹੈਗਾ, ਜਿਸ ਤਰ੍ਹਾਂ ਤੇਲ ਹੁੰਦੇ ਨੇ, ਵਿਦ ਐਨ ਅਨਪਲੇਜ਼ੈਂਟ ਆਰਡਰ। ਅਤੇ ਇਹਦੀ ਵੀ ਜਿਹੜੀ ਸਮੈਲ ਹੈਗੀ ਹੈ ਉਹ ਇੰਨੀ ਪਲੀਜ਼ਿੰਗ ਨਹੀਂ ਹੈ। ਇਟ ਇਜ਼ ਨਾਟ, ਸੁਖਾਵੀ ਨਹੀਂ ਹੈ, ਵਧੀਆ ਨਹੀਂ ਹੈਗੀ। ਇਟ ਇਜ਼ ਅ ਮਿਕਸਚਰ ਆਫ ਵੇਰੀਅਸ ਕੌਂਸਟੀਚਿਊਐਂਟਸ। ਅਤੇ ਇਹ ਮਿਕਸਚਰ ਹੈਗਾ, ਇੱਕ ਚੀਜ਼ ਨਹੀਂ ਹੈਗੀ, ਇਹ 'ਚ ਬੜਾ ਕੁਛ ਹੈਗਾ। ਕੀ ਹੈਗਾ? ਪੈਟਰੋਲੀਅਮ ਗੈਸ ਵੀ ਹੈਗੀ ਇਹਦੇ ਵਿੱਚ ਹੀ, ਪੈਟਰੋਲ ਵੀ ਇਹਦੇ ਵਿੱਚ ਹੀ ਹੈਗਾ, ਡੀਜ਼ਲ ਵੀ ਇਹਦੇ ਵਿੱਚ ਹੀ ਹੈਗਾ, ਲੁਬਰੀਕੇਟਿੰਗ ਆਇਲ ਵੀ ਹੈਗਾ, ਪੈਰਾਫਿਨ ਵੈਕਸ ਵੀ ਹੈਗਾ, ਅਲੱਗ-ਅਲੱਗ ਸਾਰੀਆਂ ਚੀਜ਼ਾਂ ਦਾ ਮਿਕਸਚਰ ਹੈਗਾ। ਐਂਡ ਆਲ ਦੀਜ਼ ਥਿੰਗਸ ਆਰ ਐਕਸਟਰੈਕਟਿਡ ਫਰੋਮ ਪੈਟਰੋਲੀਅਮ ਵਿਦ ਅ ਪ੍ਰੋਸੈਸ ਨੋਨ ਐਜ਼ ਫਰੈਕਸ਼ਨਲ ਡਿਸਟੀਲੇਸ਼ਨ। ਉਹ ਤੁਹਾਡੀ ਕਿਤਾਬ 'ਚ ਨਹੀਂ ਹੈਗਾ। I have just used the word, the phrase fractional distillation. I think ਉਹ ਤੁਸੀਂ ਹਾਇਰ ਕਲਾਸ ਵਿੱਚ ਜਾ ਕੇ ਪੜ੍ਹੋਗੇ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਪੈਟਰੋਲੀਅਮ ਦਾ ਹਿੱਸਾ ਹੁੰਦੀਆਂ ਨੇ। ਠੀਕ ਹੈ। ਦੀ ਪ੍ਰੋਸੈਸ ਆਫ ਸੈਪਰੇਟਿੰਗ ਦੀ ਵੇਰੀਅਸ ਕੌਂਸਟੀਚਿਊਐਂਟਸ, ਜਿਹੜੇ ਸਾਰੇ ਕੌਂਸਟੀਚਿਊਐਂਟ, ਪੈਟਰੋਲੀਅਮ ਗੈਸ, ਪੈਟਰੋਲ, ਇਹ ਸਾਰੇ ਦਾ ਮਿਕਸਚਰ ਹੈਗਾ ਅਤੇ ਸਾਰਿਆਂ ਨੂੰ ਅਲੱਗ-ਅਲੱਗ ਕਰਨਾ ਹੈ। ਪੈਰਾਫਿਨ ਵੈਕਸ ਨੂੰ ਅਲੱਗ ਕਰ ਲਿਆ, ਲੁਬਰੀਕੇਟਿੰਗ ਆਇਲ ਅਲੱਗ ਕਰ ਲਿਆ, ਪੈਟਰੋਲੀਅਮ ਗੈਸ ਅਲੱਗ ਕਰ ਲਿਆ, ਪੈਟਰੋਲ ਡੀਜ਼ਲ ਅਲੱਗ ਕਰ ਲਿਆ। ਇਹ ਜਿਹੜਾ ਪ੍ਰੋਸੈਸ ਹੈ ਥਰੂ ਵਿਚ ਆਲ ਦੀਜ਼ ਕੌਂਸਟੀਚਿਊਐਂਟਸ ਆਰ ਸੈਪਰੇਟਿਡ ਇਜ਼ ਨੋਨ ਐਜ਼ ਰਿਫਾਈਨਿੰਗ। ਇਸ ਪ੍ਰੋਸੈਸ ਨੂੰ ਕਿਹਾ ਜਾਂਦਾ ਹੈ ਰਿਫਾਈਨਿੰਗ। ਐਂਡ ਇਟ ਇਜ਼ ਕੈਰੀਡ ਆਊਟ ਇਨ ਆ ਪੈਟਰੋਲੀਅਮ ਰਿਫਾਈਨਰੀ। ਅਤੇ ਜਿਹੜਾ ਉਹ ਪਲਾਂਟ ਹੁੰਦਾ ਹੈ ਜਿੱਥੇ ਇਹ
ਰਿਫਾਈਨਿੰਗ ਕੀਤੀ ਜਾਂਦੀ ਹੈ ਉਹਨੂੰ ਕਿਹਾ ਜਾਂਦਾ ਹੈ ਪੈਟਰੋਲੀਅਮ ਰਿਫਾइनरी। ठीक है, आओ आगे चलिए। अगला आ गया बच्चों पेट्रोकेमिकल्स। So petrochemicals are the various useful substances obtained from petroleum and natural gas. Now try to recall when we were talking about the chapter on synthetic and natural fibers, we said that fibers are obtained by chemical processes of petrochemicals। और ਅਸੀਂ यूजेस ਵਿੱਚ ਪੜ੍ਹਿਆ ਵੀ ਹੈ ਕਿ ਇਹ ਜਿਹੜੇ ਕੋਲ ਤਾਰ ਵਗੈਰਾ ਹੈਗਾ ਇਹ ਚੀਜ਼ਾਂ ਨੇ ਜਿਹੜੀਆਂ ਦੇ ਆਰ ਯੂਜ਼ਡ ਇਨ ਦੀ ਮੈਨੂਫੈਕਚਰ ਆਫ ਪਲਾਸਟਿਕਸ। ਠੀਕ ਹੈ, ਸੋ ਪੈਟਰੋਕੈਮੀਕਲਸ ਕੀ ਨੇ ਬੱਚੇ? ਦੇ ਆਰ ਦ ਵੇਰੀਅਸ ਯੂਜ਼ਫੁਲ ਸਬਸਟੈਂसेस obtained from petroleum and natural gas and these are used, ਇਹ ਦੇਖੋ ਆ ਗਿਆ ਨਾ ਇਹ, in the manufacture of detergents, साबुन हो गया, सर्फ हो गया, डिटर्जेंट पाउडर हो गया ना, फाइबर्स पॉलिस्टर, नाइलॉन, एक्राइलिक, रेयन तो खैर इज मेड बाय प्रोसेसिंग ऑफ वुड पल्प है ना। सो पॉलिस्टर, नाइलॉन, एक्राइलिक असी पढ़ चुके हैं वाला, पॉलीथीन एंड अदर मैन मेड प्लास्टिक्स। हाइड्रोजन गैस इज ऑब्टेन्ड फ्रॉम नेचुरल गैस बिकॉज नेचुरल गैस कंसिस्ट ऑफ मेनली मीथेन CH4। वो तुसी हर क्लास में पढ़ोगे फॉर्मूला बारे, वो बारे तुसी हाले फिक्र ना करो ज़्यादा। सो नेचुरल गैस विच इज़ यूज इन द प्रोडक्शन ऑफ फर्टिलाइजर्स। सो हाइड्रोजन गैस इज यूज इन द मैन्युफैक्चर ऑफ यूरिया फर्टिलाइजर एंड हाइड्रोजन गैस इज ऑब्टेन्ड फ्रॉम नेचुरल गैस। ठीक है, the petrochemicals are used in the manufacture of detergents and fibers, polythene and other man-made plastics। बड़ा आसान चैप्टर है बच्चों, सिस्टमेटिक ढंग नाल असीं चल रहे हैं। तुसीं सारे नोट्स बनाई जाओ, जिहड़े 2-3 बार पढ़ोगे तो तुहानूं ये सारा याद हो जाएगा। ओके, आ गया बच्चों ब्लैक गोल्ड। पेट्रोलियम इज आल्सो कॉल्ड ब्लैक गोल्ड। हुण बच्चों गोल्ड कितना महंगा होंदा है? गोल्ड इज सोल्ड इन तोला करके, इन मिलीग्राम्स, बड़ा महंगा है ना। सो ਇਹ ਪੈਟਰੋਲ ਨੂੰ, ਪੈਟਰੋਲੀਅਮ ਨੂੰ ਬਲੈਕ ਗੋਲਡ ਕਿਹਾ ਜਾਂਦਾ ਹੈ। ਦੇਖੋ ਬੱਚੇ ਜਿਹੜੇ ਅਰਬ ਕੰਟਰੀ ਨੇ ਇਹਨਾਂ ਦੀ ਇਕੋਨਮੀ ਸਾਰੀ ਬਲੈਕ ਗੋਲਡ ਤੇ ਚੱਲਦੀ ਹੈ ਬਿਕੋਜ਼ ਦੇ ਹੈਵ ਗੋਟ ਵੈਰੀ ਰਿਚ ਰਿਜ਼ਰਵਸ ਆਫ ਪੈਟਰੋਲੀਅਮ। ਉਹ ਸਾਰੀ ਦੁਨੀਆ ਨੂੰ ਐਕਸਪੋਰਟ ਕਰਦੇ ਨੇ ਤੇ ਸਾਰੀ ਤਰੱਕੀ, ਸਾਰਾ ਪੈਸਾ ਇੰਨਾ ਉਹਨਾਂ ਕੋਲ ਉਹ ਤੋਂ ਹੀ ਆਇਆ ਹੈ। ਸੋ ਦੈਟ ਇਜ਼ ਵਾਈ ਇਹ ਪੈਟਰੋਲੀਅਮ ਕਿਉਂ ਕਿਹਾ ਜਾਂਦਾ ਹੈ ਗੋਲਡ? ਬਿਕੋਜ਼ ਆਫ ਇਟਸ ਇਮੈਂਸ ਮੈਨੇ ਹਿਊਜ, ਵੈਰੀ ਲਾਰਜ ਕਮਰਸ਼ੀਅਲ ਵੈਲਿਊ। ਕਮਰਸ਼ੀਅਲ ਵੈਲਿਊ ਮਾਰਕੀਟ 'ਚ ਹੈ, ਇੰਨੇ ਦੇਸ਼ਾਂ ਨੂੰ ਵੇਚਦੇ ਨੇ ਐਂਡ ਦੇ ਗੈਟ ਡਾਲਰਸ। ਉਹਦੀ ਬੜੀ ਕੀਮਤ ਹੈਗੀ ਹੈ ਬਿਕੋਜ਼ ਵਿਦਾਊਟ ਪੈਟਰੋਲ, ਵਿਦਾਊਟ ਡੀਜ਼ਲ ਯੂ ਕੈਨੋਟ ਇਮੇਜਿਨ ਯੂਅਰ ਲਾਈਫ। ਘਰਾਂ 'ਚ ਜਿਹੜੇ ਗੈਸ ਸਿਲੰਡਰ ਨੇ ਉਹ ਵੀ LPG ਇੱਧਰੋਂ ਹੀ ਨਿਕਲਦੀ ਹੈ, CNG ਉਹ ਵੀ ਇੱਧਰੋਂ ਨਿਕਲਦੀ ਹੈ, ਇਹਨਾਂ ਚੀਜ਼ਾਂ ਤੋਂ ਹੀ ਹੈ ਨਾ। ਫਿਰ ਆਪਣਾ ਤੁਹਾਡਾ ਇਹ ਥਰਮਲ ਪਲਾਂਟ, ਬਿਜਲੀ ਸਾਰੀ ਇੱਧਰੋਂ ਪੈਦਾ ਹੁੰਦੀ ਹੈ ਕਿੰਨੀ ਸਾਰੀ। ਤੁਹਾਡੇ ਗੱਡੀਆਂ ਜਿੰਨੀਆਂ ਚੱਲਦੀਆਂ, ਰੇਲਵੇ ਟ੍ਰੇਨਾਂ ਚੱਲਦੀਆਂ, ਹਵਾਈ ਜਹਾਜ਼ ਚੱਲਦੇ ਨੇ, ਕਾਰਾਂ, ਬੱਸਾਂ, ਸਕੂਟਰ, ਮੋਟਰਸਾਈਕਲ ਸਾਰੇ, ਇਹ ਸਾਰਾ ਇਟ ਵਿਲ ਕਮ ਟੂ ਸਟੈਂਡ ਸਟਿਲ। ਇਹ ਤੋਂ ਬਿਨਾਂ ਜ਼ਿੰਦਗੀ ਰੁਕ ਜਾਏਗੀ। ਸੋ ਇਟ ਹੈਜ਼ ਗੋਟ ਇਮੈਂਸ ਕਮਰਸ਼ੀਅਲ ਵੈਲਿਊ। ਤੁਹਾਨੂੰ ਪਤਾ ਬੱਚਿਓ ਇੰਡੀਆ ਵਿੱਚ ਸਭ ਤੋਂ ਜ਼ਿਆਦਾ ਖਰਚਾ ਹੈ ਇੰਪੋਰਟ ਦਾ, ਜੋ ਅਸੀਂ ਇੰਪੋਰਟ ਕਰਦੇ ਹਾਂ, ਸਭ ਤੋਂ ਵੱਡਾ ਖਰਚਾ ਜਿਹੜਾ ਸਾਡਾ ਹੈਗਾ ਉਹ ਹੈ ਕਰੂਡ ਆਇਲ ਦਾ, ਪੈਟਰੋਲੀਅਮ ਦਾ ਹੈਗਾ। ਬਿਕੋਜ਼ ਇੰਡੀਆ ਜਿੰਨਾ ਇੰਨਾ ਜ਼ਿਆਦਾ ਹੈ ਨਹੀਂ, ਇੰਡੀਆ ਇਜ਼ ਅ ਵੈਰੀ ਬਿਗ ਕੰਟਰੀ। ਸੋ ਸਾਡਾ ਸਭ ਤੋਂ ਜ਼ਿਆਦਾ ਪੈਸਾ ਅਗਰ ਖਰਚ ਹੁੰਦਾ ਬਾਹਰਲੀ ਚੀਜ਼ ਖਰੀਦਣ ਲਈ, ਇੰਪੋਰਟ ਵਾਸਤੇ, ਸੋ ਦੈਟ ਇਜ਼ ਔਨ ਪੈਟਰੋਲੀਅਮ। ਸੋ ਕਹਿੰਦੇ ਫੋਲੋਇੰਗ ਆਰ ਦੀ ਵੇਰੀਅਸ ਪ੍ਰੋਡਕਟਸ ਐਂਡ ਦੇਅਰ ਯੂਜ਼ਸ obtained ਫਰੋਮ ਪੈਟਰੋਲੀਅਮ। ਹੁਣ ਬਲੈਕ ਗੋਲਡ ਕਿਹਾ ਜਾਂਦਾ ਨਾ, ਕਹਿੰਦੇ ਕਿਉਂ? ਕਹਿੰਦੇ ਇਹ ਤੋਂ ਕੀ ਕੀ ਪ੍ਰਾਪਤ ਹੁੰਦਾ? ਦੇਖੋ ਵਾਈ ਇਟ ਇਜ਼ ਕਾਲਡ ਬਲੈਕ ਗੋਲਡ। ਇਹ ਵੀ ਬੜੀ ਇੰਪੋਰਟੈਂਟ ਚੀਜ਼ ਹੈ। LPG ਪੈਟਰੋਲੀਅਮ ਗੈਸ ਇਨ ਲਿਕੁਇਡ ਫਾਰਮ, ਜਿਹੜੇ ਘਰਾਂ 'ਚ ਸਾਡੇ ਸਿਲੰਡਰ, ਗੈਸ ਸਿਲੰਡਰ ਯੂਜ਼ ਕਰਦੇ ਹਾਂ। ਸੋ LPG ਇਹ ਵੀ ਇੱਧਰੋਂ ਹੀ ਨਿਕਲਦਾ ਪੈਟਰੋਲੀਅਮ 'ਚ। ਯੂਜ਼ਡ ਐਜ਼ ਫਿਊਲ ਫॉर ਹੋਮ ਐਂਡ ਇੰਡਸਟਰੀ। ਇੰਡਸਟਰੀ 'ਚ, ਹੋਟਲ ਇੰਡਸਟਰੀ 'ਚ ਯੂਜ਼ ਹੁੰਦਾ ਹੈ, ਦੂਸਰੀ ਇੰਡਸਟਰੀ 'ਚ ਯੂਜ਼ ਹੁੰਦਾ ਹੈ, ਘਰਾਂ ਵਿੱਚ ਯੂਜ਼ ਹੁੰਦਾ ਹੈ। ਠੀਕ ਹੈ। ਪੈਟਰੋਲ ਯੂਜ਼ਡ ਐਜ਼ ਮੋਟਰ ਫਿਊਲ, ਸਕੂਟਰ, ਕਾਰਾਂ, ਟੈਂਪੂ, ਟਰੱਕ, ਬੱਸਾਂ, ਸਭ ਜਗ੍ਹਾ ਯੂਜ਼ ਹੁੰਦਾ ਹੈ। ਏਵੀਏਸ਼ਨ ਫਿਊਲ, ਹਵਾਈ ਦਾ ਏਵੀਏਸ਼ਨ ਹੁੰਦਾ ਬੱਚਿਓ। ਇਹ ਜਿਹੜੀ ਏਅਰ ਇੰਡਸਟਰੀ, ਏਅਰਲਾਈਨ ਇੰਡਸਟਰੀ ਨੂੰ ਕਿਹਾ ਜਾਂਦਾ ਏਵੀਏਸ਼ਨ ਇੰਡਸਟਰੀ। ਠੀਕ ਹੈ। ਸੋ ਏਵੀਏਸ਼ਨ ਫਿਊਲ, the fuel which is used in aeroplanes। solvent मैंने घोलण वास्ते। for dry cleaning ਵਿੱਚ यूज़ ਹੁੰਦਾ ਪੈਟਰੋਲੀਅਮ, ਪੈਟਰੋਲ ਜਿਹੜਾ। ਠੀਕ ਹੈ। और ਅੱਗੇ देखिए और ਕਿੱਥੇ ਕਿੱਥੇ यूज़ ਹੁੰਦਾ है। kerosene fuel for stoves
कई जगह पिंडा में जिथे हाले सिलेंडर नहीं है तो स्टोव यूज़ करते हैं। लैंप्स फॉर जैट एयरक्राफ्ट्स, जैट एयरक्राफ्ट कैरोसिन यूज़ होता है। डीजल, बड़े सारे हैवी मोटर व्हीकल जोड़े ने, रेलवे गड्डियाँ जड़ियाँ ट्रेनां ने वो डीजल नाल चलदियाँ, पेट्रोल नाल नहीं चलदियाँ। बड़े सारे ट्रक है ने, टैंपू है ने। मैनी कार्स आर डीजल कार्स। इलैक्ट्रिक जनरेटर, खेतों जोड़े जनरेटर चलते हैं पानी लिए, जो बिजली नहीं आती तो डीजल जनरेटर ने, ठीक है ना। लुब्रिकेटिंग ऑयल, इन ऑल इंडस्ट्री लुब्रिकेशन इज़ यूज्ड फॉर मशीनरी रिड्यूसिंग दी फ्रिक्शन। ਇਹ ਜਿਹੜਾ ਚੈਪਟਰ ਅਸੀਂ ਪਾਇਆ ਹੋਇਆ ਆਲਰੇਡੀ ਫ੍ਰਿਕਸ਼ਨ ਦੇ ਉੱਤੇ, ਲੁਬਰੀਕੇਸ਼ਨ ਇਜ਼ ਵਨ ਵੇ ਆਫ ਰਿਡਿਊਸਿੰਗ ਦੀ ਫ੍ਰਿਕਸ਼ਨ। ਸੋ ਇਹ ਸਾਰੀ ਇੰਡਸਟਰੀ ਵਿੱਚ ਜਿੱਥੇ ਜਿੱਥੇ ਫ੍ਰਿਕਸ਼ਨ ਰਿਡਿਊਸ ਕਰਨਾ ਹੈ ਉੱਥੇ ਲੁਬਰੀਕੇਸ਼ਨ ਯੂਜ਼ ਕੀਤਾ ਜਾਂਦਾ ਹੈ। ਇਟਸ ਆਲ ਓਵਰ। ਮੋਬਿਲ ਆਇਲ ਤੁਹਾਡਾ ਕੀ ਹੈ, ਗਰੀਸ ਕੀ ਹੈ, ਦੇ ਆਰ ਆਲ ਲੁਬਰੀਕੈਂਟਸ। ਸੋ ਸਾਰੀ ਚੀਜ਼ਾਂ ਉੱਥੋਂ ਮਿਲਦੀਆਂ। ਫਿਰ ਪੈਰਾਫਿਨ ਵੈਕਸ, ਜਿਹਨੂੰ ਅਸੀਂ ਕਹਿੰਦੇ ਹਾਂ ਵੈਸਲੀਨ, ਓਇੰਟਮੈਂਟਸ ਜਿਹੜੇ ਹੈਗੇ ਨੇ ਉਹ 'ਚ ਯੂਜ਼ ਹੁੰਦਾ ਹੈ ਪੈਰਾਫਿਨ ਵੈਕਸ। ਕੈਂਡਲਸ ਜਿਹੜੀਆਂ ਮੋਮਬੱਤੀਆਂ, ਵੈਸਲੀਨ ਜਿਹੜੇ ਠੰਡ ਵਿੱਚ ਅਸੀਂ ਹੱਥ ਫੜ ਜਾਂਦੇ ਨੇ, ਸਾਡੀਆਂ ਤਲੀਆਂ ਫੜ ਜਾਂਦੀਆਂ ਨੇ ਪੈਰ ਦੀਆਂ, ਉੱਥੇ ਲਗਾਉਂਦੇ ਹਾਂ ਵੈਸਲੀਨ। ਸੋ ਪੈਰਾਫਿਨ ਵੈਕਸ, ਇਟ ਇਜ਼ ਨੋਨ ਐਜ਼ ਪੈਰਾਫਿਨ ਵੈਕਸ। ਇਟ ਇਜ਼ obtained from petroleum products only। ਬਿਟੂਮਨ, ਪੇਂਟਸ ਵਿੱਚ ਤੇ ਰੋਡ ਸਰਫੇਸਿੰਗ, ਐਵੇਂ ਦੱਸਿਆ ਪਹਿਲੇ ਕੋਲ ਤਾਰ ਯੂਜ਼ ਹੁੰਦਾ ਸੀਗਾ, ਅੱਜ ਕੱਲ੍ਹ ਬਿਟੂਮਨ। ਸੋ ਬੱਚਿਓ ਬਿਕੋਜ਼ ਆਫ these so many diverse uses, petroleum is known as black gold because it has got immense commercial and business value। आओ आगे चलिए। नेचुरल गैस आ गया, नेचुरल गैस, ठीक है। नेचुरल गैस इज ऑल्सो अ फॉसिल फ्यूल, ठीक है, बिकॉज इट इज ऑल्सो obtained from under the earth। and how it was formed? by the because of the dead organisms which remained buried over millions of years under the conditions of high pressure, high temperature where there was no air, ठीक है। it is stored under high pressure as compressed natural gas, CNG। ਤੁਸੀਂ ਸੁਣਿਆ ਨਾ ਬੱਚਿਓ, ਉਹ ਕਹਿੰਦੇ ਇਹ ਕਾਰ CNG ਨਾਲ ਚੱਲਦੀ ਹੈ, ਇਹ ਬੱਸਾਂ CNG ਦੀ ਬੱਸਾਂ ਹੈਗੀਆਂ। ਸੋ CNG ਦੀ ਫੁੱਲ ਫਾਰਮ ਕੀ ਹੈ? ਕੰਪਰੈਸਡ ਨੈਚੁਰਲ ਗੈਸ। ਹੁਣ ਗੈਸ ਤੇ ਫੈਲ ਜਾਂਦੀ, ਇਹਨੂੰ ਕੰਪਰੈਸ ਕਰਕੇ ਇਹ ਲਿਕੁਇਡ ਬਣ ਜਾਂਦੀ, ਫਿਰ ਤੈਨੂੰ ਸਿਲੰਡਰ 'ਚ ਬੰਦ ਕਰ ਦਿੰਦੇ ਨੇ, ਤੇ ਜਦੋਂ ਖੁੱਲ੍ਹਦਾ ਤੇ ਆਪੇ ਐਕਸਪੈਂਡ ਹੋ ਕੇ ਗੈਸ ਬਣਦੀ ਰਹਿੰਦੀ ਹੈ ਤੇ ਯੂਜ਼ ਹੁੰਦੀ ਰਹਿੰਦੀ ਹੈ। ਸੋ CNG ਸਟੈਂਡਸ ਫॉर ਕੰਪਰੈਸਡ ਨੈਚੁਰਲ ਗੈਸ। CNG ਇਜ਼ ਯੂਜ਼ ਫॉर ਪਾਵਰ ਜਨਰੇਸ਼ਨ, ਇਹ ਪਾਵਰ ਜਨਰੇਸ਼ਨ ਲਈ ਵੀ ਯੂਜ਼ ਕੀਤੀ ਜਾਂਦੀ ਹੈ, ਹੈ ਨਾ, ਜਿਵੇਂ ਕੋਲਾ ਯੂਜ਼ ਕੀਤਾ ਜਾਂਦਾ ਹੈ। ਇਟ ਇਜ਼ ਅ ਕਲੀਨਰ ਐਂਡ ਲੈਸ ਪੋਲਿਊਟਿੰਗ ਫਿਊਲ। ਹੁਣ ਜਦੋਂ ਬੱਚੇ ਕੋਲਾ ਜਲਾਉਂਦੇ ਆ ਉਹਦੀ ਬੜੀ ਸਾਰੀ ਐਸ਼ ਬਚਦੀ ਹੈ, ਸਵਾਹ ਬਚ ਜਾਂਦੀ ਹੈ, ਦੈਟ ਇਜ਼ ਆਲਸੋ ਪੋਲਿਊਟੈਂਟ। ਅਤੇ ਇਹਦੇ ਨਾਲ ਕਾਰਬਨ ਡਾਈਆਕਸਾਈਡ ਗੈਸ ਵੀ ਨਿਕਲਦੀ। ਤੁਹਾਨੂੰ ਮੈਂ ਦੱਸਿਆ ਕਿ ਵੈਨ ਯੂ ਬਰਨ ਕੋਲ ਇਨ ਏਅਰ ਇਟ ਗਿਵਜ਼ ਆਫ ਕਾਰਬਨ ਡਾਈਆਕਸਾਈਡ। ਸੋ ਕਾਰਬਨ ਡਾਈਆਕਸਾਈਡ ਵੀ ਬਹੁਤ ਚੰਗੀ ਨਹੀਂ ਹੈਗੀ, ਇਟ ਕਾਜ਼ਿਜ਼ ਗਲੋਬਲ ਵਾਰਮਿੰਗ। ਬਟ CNG ਨੂੰ ਜਲਾਉਣ ਦੇ ਨਾਲ ਨਾ ਤਾਂ ਬਾਅਦ 'ਚੋਂ ਕੋਈ ਰੈਜ਼ੀਡਿਊ ਬਚਦਾ ਹੈ ਅਤੇ ਨਾ ਹੀ ਹਵਾ ਵਿੱਚ ਧੂੰਆਂ ਨਿਕਲਦਾ। ਸੋ ਇਟਸ ਅ ਕਲੀਨਰ ਐਂਡ ਅ ਲੈਸ ਪੋਲਿਊਟਿੰਗ ਫਿਊਲ। ਇਟ ਇਜ਼ ਨਾਓ ਬੀਂਗ ਯੂਜ਼ਡ ਐਜ਼ ਅ ਫਿਊਲ ਫॉर ਟਰਾਂਸਪੋਰਟ ਵਹੀਕਲਸ। ਇਸੀ ਕਰਕੇ ਵੱਡੇ ਵੱਡੇ ਸ਼ਹਿਰਾਂ 'ਚ ਜਿਹੜੀਆਂ ਬੱਸਾਂ ਨੇ, ਆਟੋ ਨੇ, ਕਈ ਉਹ CNG ਵਾਲੇ ਕਰ ਦਿੱਤੇ ਗਏ ਨੇ, ਠੀਕ ਹੈ, ਤਾਂ ਕਿ ਪੋਲਿਊਸ਼ਨ ਘਟੇ। The great advantage of CNG is that it can be used directly for burning in homes and factory। ਮਤਲਬ ਇਹ ਪਾਈਪ ਦੇ ਰਾਹੀਂ, ਜਿਵੇਂ ਟੂਟੀਆਂ 'ਚ ਸਾਡੇ ਪਾਣੀ ਆਉਂਦਾ, ਇਸ ਤਰ੍ਹਾਂ ਕਨੈਕਸ਼ਨ ਕਰਕੇ ਫੈਕਟਰੀਆਂ ਨੂੰ, ਘਰਾਂ ਨੂੰ ਡਾਇਰੈਕਟ ਪਾਈਪ ਦੇ ਥਰੂ ਇਹਦੀ ਸਪਲਾਈ ਦਿੱਤੀ ਜਾ ਸਕਦੀ ਹੈ। ਉੱਥੇ ਮੀਟਰ ਲਗਾ ਦਿੰਦੇ ਨੇ, ਜਿੰਨੀ ਗੈਸ ਯੂਜ਼ ਹੁੰਦੀ ਹੈ ਪਤਾ ਲੱਗ ਜਾਂਦਾ ਅਤੇ ਉਹਦਾ ਬਿੱਲ ਆ ਜਾਂਦਾ ਅਤੇ ਤੁਸੀਂ ਬਿੱਲ ਤਾਰ ਦਿਓ। ਕੋਈ ਸਿਲੰਡਰ ਲਿਆਉਣ ਦੀ ਲੋੜ ਨਹੀਂ ਹੈ, ਕੁਛ ਕਰਨ ਦੀ ਲੋੜ ਨਹੀਂ, ਠੀਕ ਹੈ। ਸੋ CNG ਇਹਦੀ ਐਡਵਾਂਟੇਜ ਹੈ ਵੇ ਕਿ ਇਹਨੂੰ ਡਾਇਰੈਕਟਲੀ ਇਟ ਕੈਨ ਬੀ ਸਪਲਾਈਡ ਟੂ ਹੋਮਸ ਐਂਡ ਫੈਕਟਰੀਜ਼ ਵੇਅਰ ਥਰੂ ਦਾ ਪਾਈਪਸ, ਠੀਕ ਹੈ। ਇਟ ਇਜ਼ ਆਲਸੋ ਯੂਜ਼ਡ ਐਜ਼ ਅ ਸਟਾਰਟਿੰਗ ਮਟੀਰੀਅਲ ਫॉर ਦੀ ਮੈਨੂਫੈਕਚਰ ਆਫ ਅ ਨੰਬਰ ਆਫ ਕੈਮੀਕਲਸ ਐਂਡ ਫਰਟੀਲਾਈਜ਼ਰਸ। ਸੋ ਇਹ ਸਟਾਰਟਿੰਗ ਪੁਆਇੰਟ ਹੈ, ਇਹਨੂੰ ਮਤਲਬ ਕਾਫੀ ਯੂਜ਼ ਕੀਤਾ ਜਾਂਦਾ ਕੈਮੀਕਲਸ ਵਾਸਤੇ ਵੀ ਅਤੇ ਫਰਟੀਲਾਈਜ਼ਰਸ ਵਾਸਤੇ ਵੀ। ਅੱਗੇ ਚਲੀਏ। ਓਕੇ, ਕੋਲ ਐਂਡ ਪੈਟਰੋਲੀਅਮ। ਅਸੀਂ ਕੋਲ ਦੀ ਗੱਲ ਕੀਤੀ, ਐਕਸਕਿਊਜ਼ ਮੀ, ਐਂਡ ਪੈਟਰੋਲੀਅਮ ਦੀ ਗੱਲ ਕੀਤੀ। ਦੇ ਆਰ ਫੋਸਿਲ ਫਿਊਲਸ, ਦੋਨੋਂ ਫੋਸਿਲ ਫਿਊਲ ਹੈਗੇ ਨੇ। ਦੇਅਰ ਫਾਰਮੇਸ਼ਨ ਇਜ਼ ਅ ਸਲੋ ਪ੍ਰੋਸੈਸ। ਕਿੰਨਾ ਸਲੋ ਪ੍ਰੋਸੈਸ ਬੱਚਿਓ? ਲੱਖੋਂ ਕਰੋੜੋਂ ਸਾਲ। ਐਂਡ ਕੰਡੀਸ਼ਨਸ ਫॉर देयर ਫਾਰਮੇਸ਼ਨ ਕੈਨ ਨਾਟ ਬੀ ਕ੍ਰੀਏਟਿਡ ਬਾਈ ਹਿਊਮਨ ਐਫਰਟਸ। ਅਤੇ ਪ੍ਰੈਸ਼ਰ ਕਿੰਨਾ ਚਾਹੀਦਾ? ਧਰਤੀ ਦੇ ਥੱਲੇ ਦੱਬੇ ਰਹਿ ਕੇ, ਹੈ ਨਾ, ਕਿੰਨਾ ਥੱਲੇ, ਕਿੰਨਾ ਸਾਰਾ ਟੈਂਪਰੇਚਰ ਐਂਡ ਲੈਕ ਆਫ ਏਅਰ। These conditions we cannot create in a factory or in a lab। We cannot do that। It is beyond our control। ਇਹ ਤੇ ਰੱਬ ਦੀ ਕਰਾਮਾਤ ਹੈਗੀ ਹੈ, ਪਰਮਾਤਮਾ ਨੇ ਇਹ ਸਭ ਕੀਤਾ, ਠੀਕ ਹੈ। ਸੋ ਇਟਸ ਅ ਸਲੋ ਪ੍ਰੋਸੈਸ
ਫॉर ਐਂਡ ਦੀ ਕੰਡੀਸ਼ਨਸ ਫॉर देयर ਫਾਰਮੇਸ਼ਨ। ਅਸੀਂ ਇਹ ਸੋਚੀਏ ਵੀ ਅਸੀਂ ਕੋਈ ਪਲਾਂਟ ਨੂੰ ਦੱਬ ਦਈਏ ਤੇ ਉਹਦਾ ਕੋਲਾ ਬਣ ਜਾਏਗਾ, ਜਾਂ ਜਿਹੜੇ ਡੈਡ ਐਨੀਮਲਸ ਨੇ ਉਹਨਾਂ ਨੂੰ ਅਸੀਂ ਦੱਬ ਕੇ ਕੁਝ ਪ੍ਰੈਸ਼ਰ ਵਧਾ ਕੇ ਉਹਦਾ ਪੈਟਰੋਲ ਬਣਾ ਲਈਏ। ਇੱਦਾਂ ਨਹੀਂ ਹੋ ਸਕਦਾ। It took millions of years, ठीक है? So it required the dead organisms millions of years to get converted into these fuels. Moreover, these resources are not inexhaustible. Inexhaustible माने unlimited नहीं है। यदि कोई quantity तो है ना, मे बी 100 साल लगणगे, 200 साल लगने, पर खत्म तो होणगे ना, because it has got limited quantity. It is under the earth, है ना? It is beneath the earth. So moreover, these resources are not inexhaustible. It means they are exhaustible. They will finish one day, and the known reserves of these will last only a few hundred years. ਤੇ ਜਿੰਨਾ ਹਾਲੇ ਸਾਨੂੰ ਪਤਾ ਹੈ ਵੀ ਇੰਨਾ ਕੋਲਾ ਹੈਗਾ ਧਰਤੀ 'ਚ, ਇੰਨਾ ਪੈਟਰੋਲੀਅਮ ਹੈਗਾ, ਉਹਨਾਂ ਹਿਸਾਬ ਲਗਾਇਆ ਐਕਸਪਰਟਸ ਨੇ, ਮਾਹਰਾਂ ਨੇ, ਕਿ ਅਗਰ ਇਹ ਯੂਜ਼ ਇਸੀ ਤਰ੍ਹਾਂ ਕਰਦੇ ਰਹੇ ਤੇ ਇਟ ਵਿਲ ਫਿਨਿਸ਼ ਇਨ ਫਿਊ 100 ਈਅਰਸ। ਤੇ ਸਾਡੀ ਜਿਹੜੀ ਅਗਲੀ ਜਨਰੇਸ਼ਨਸ ਆਉਣਗੀਆਂ ਉਹਨਾਂ ਦਾ ਕੀ ਬਣੇਗਾ? ਸੋ ਇਹਦੇ ਬਾਰੇ ਸਾਨੂੰ ਸੋਚਣਾ ਪਏਗਾ। ਤੇ ਦੂਸਰੀ ਪ੍ਰੋਬਲਮ ਕੀ ਹੈ? ਫਰਦਰ ਬਰਨਿੰਗ ਆਫ ਦਿਸ ਫਿਊਲਸ ਇਜ਼ ਅ ਮੇਜਰ ਕਾਜ਼ ਆਫ ਏਅਰ ਪੋਲਿਊਸ਼ਨ। ਜਿੰਨੀਆਂ ਗੱਡੀਆਂ ਚੱਲਦੀਆਂ ਜ਼ਿਆਦਾ, ਜਿੰਨੀ ਥਰਮਲ ਪਲਾਂਟ ਚੱਲਦੇ ਨੇ, ਜਿੰਨਾ ਜ਼ਿਆਦਾ ਯੂਜ਼ ਹੁੰਦਾ ਹੈ ਨਾ, ਉਨੀ ਹਵਾ ਗੰਦੀ ਹੋ ਰਹੀ ਹੈ। ਸੋ ਇਟਸ ਅ ਮੇਜਰ ਕਾਜ਼ ਆਫ ਏਅਰ ਪੋਲਿਊਸ਼ਨ ਐਂਡ ਦੇਅਰ ਯੂਜ਼ ਇਜ਼ ਲੀਡਿੰਗ ਟੂ ਗਲੋਬਲ ਵਾਰਮਿੰਗ। ਤੇ ਕਹਿੰਦੇ ਪੂਰੇ ਪਲੈਨਟ ਦਾ, ਅਰਥ ਦਾ ਟੈਂਪਰੇਚਰ ਜਿਹੜਾ ਹੈ ਉਹ ਕੌਨਸਟੈਂਟਲੀ ਰਾਈਜ਼ ਕਰ ਰਿਹਾ ਹੈ, ਐਵਰੇਜ ਟੈਂਪਰੇਚਰ। ਠੀਕ ਹੈ। ਸੋ ਇਹ ਤਿੰਨ ਚੀਜ਼ਾਂ ਨੇ। ਪਹਿਲੀ ਗੱਲ ਤੇ ਬੱਚਿਓ, ਦੇ ਆਰ ਇਨਐਗਜ਼ੌਸਟੀਬਲ, ਦੇ ਆਰ ਨॉट, I mean they are exhaustible, or you can say they are not inexhaustible. ਦੂਜੀ ਗੱਲ, they are the major cause of pollution of air. ਤੇ ਤੀਜੀ ਗੱਲ ਹੈਗੀ ਹੈ, they are connected to, their use is connected to global warming. Their uncontrolled use is leading to global warming. आगे चलिए। Thus, we should use these fuels only when absolutely necessary. ਸਾਨੂੰ ਵੈਸੇ ਨਹੀਂ ਫालतू ਦੇ ਐਵੇਂ ਗੱਡੀ ਚਲਾਈ ਗਏ, ਐਵੇਂ ਯੂਜ਼ ਕਰੀ ਗਏ, ਏਸੀ ਵੀ ਚੱਲੀ ਜਾ ਰਿਹਾ, ਪੱਖਾ ਵੀ ਚੱਲੀ ਜਾ ਰਿਹਾ, ਹੈ ਨਾ? ਕਿਉਂਕਿ ਬੱਚਿਓ ਇਹ ਬਿਜਲੀ ਤੇ ਪਿੱਛੋਂ ਆ ਰਹੀ ਹੈ ਥਰਮਲ ਸਟੇਸ਼ਨ ਤੋਂ। ਜਿੰਨੀ ਬਿਜਲੀ ਅਸੀਂ ਯੂਜ਼ ਕਰਾਂਗੇ, ਇਹਦੇ ਨਾਲ ਕਿ ਥਰਮਲ ਸਟੇਸ਼ਨ ਨੂੰ, ਥਰਮਲ ਪਾਵਰ ਪਲਾਂਟ ਨੂੰ ਉਨੀ ਜ਼ਿਆਦਾ ਬਿਜਲੀ ਹੋਰ ਪੈਦਾ ਕਰਨੀ ਪਏਗੀ, ਤੇ ਹੋਰ ਜ਼ਿਆਦਾ ਬਿਜਲੀ ਪੈਦਾ ਕਰਨ ਲਈ ਉਹਨੂੰ ਹੋਰ ਜ਼ਿਆਦਾ ਕੋਲਾ ਜਲਾਉਣਾ ਪਏਗਾ, ਤੇ ਜਿੰਨਾ ਜ਼ਿਆਦਾ ਕੋਲਾ ਜਲੇਗਾ ਉਨੀ ਕਾਰਬਨ ਡਾਈਆਕਸਾਈਡ ਹੋਰ ਨਿਕਲੇਗੀ। ਸੋ ਇਹਦਾ ਮਤਲਬ ਕਿ ਬੱਚੇ ਸਾਨੂੰ ਬਿਜਲੀ ਵੀ ਧਿਆਨ ਨਾਲ ਯੂਜ਼ ਕਰਨੀ ਚਾਹੀਦੀ ਹੈ, ਏਸੀ ਵੀ ਧਿਆਨ ਨਾਲ ਯੂਜ਼ ਕਰਨਾ ਚਾਹੀਦਾ। ਇਹ ਨਹੀਂ ਕਿ ਬਿਨਾਂ ਗੱਲ ਤੋਂ ਏਸੀ ਚਲਾਈ ਜਾ ਰਹੇ ਹਾਂ, ਜਦੋਂ ਬਹੁਤ ਜ਼ਿਆਦਾ ਗਰਮੀ ਹੋ ਜਾਏ ਤਦ ਏਸੀ ਚਲਾਉਣਾ ਚਾਹੀਦਾ। ਠੀਕ ਹੈ। ਸੋ ਸਾਨੂੰ ਇਹ ਜਿਹੜੀ ਚੀਜ਼ਾਂ ਨੇ, ਤੇ ਇਹ ਨਹੀਂ ਕਿ ਸਕੂਟਰ ਲੈ ਕੇ, ਗੱਡੀ ਲੈ ਕੇ ਅਵਾਰਾਗਰਦੀ ਕਰਦੇ ਰਹੇ ਬਿਨਾਂ ਗੱਲ ਤੋਂ, ਫੂਕੀ ਗਏ ਪੈਟਰੋਲ, ਫੂਕੀ ਗਏ, ਪੈਸੇ ਦਾ ਵੀ ਨੁਕਸਾਨ ਕਰ ਰਹੇ ਹਾਂ ਤੇ ਹਵਾ ਨੂੰ ਵੀ ਗੰਦਾ ਕਰ ਰਹੇ ਹਾਂ। ਸੋ ਵੀ ਸ਼ੁੱਡ ਯੂਜ਼ ਥੀਜ਼ ਫਿਊਲਸ ਓਨਲੀ ਵੈਨ ਐਬਸੋਲਿਊਟਲੀ ਨੈਸੈਸਰੀ। ਜਦੋਂ ਬਿਲਕੁਲ ਲੋੜ ਹੋਵੇ ਤਦ ਹੀ ਸਾਨੂੰ ਵਰਤਣਾ ਚਾਹੀਦਾ ਹੈ। ਫਿਰ ਕਾਰ ਪੂਲਿੰਗ ਕਰ ਲੈਣੀ ਚਾਹੀਦੀ ਹੈ। ਅਗਰ ਇੱਕੋ ਇਲਾਕੇ 'ਤੇ ਉਹ ਬੰਦੇ ਕੋਈ ਜਾ ਰਹੇ ਨੇ ਦਫ਼ਤਰ ਉਸੀ ਪਾਸੇ, ਤੇ ਵਾਰੀ ਕਾਰ ਯੂਜ਼ ਕਰ ਲਓ, ਬਜਾਏ ਇੱਕ ਕਾਰ ਦੇ ਵਿੱਚ 4 ਬੰਦੇ 4 ਕਾਰਾਂ ਜਾ ਰਹੇ ਨੇ, ਉਹ 4 ਬੰਦੇ ਇੱਕ ਕਾਰ 'ਚ ਵੀ ਜਾ ਸਕਦੇ ਨੇ। ਠੀਕ ਹੈ ਨਾ? ਸੋ ਦਿਸ ਵਿਲ ਸਰਵ 3 ਪਰਪਸਿਸ। ਇਹ 3 ਗੱਲਾਂ ਇਹਦੇ ਨਾਲ ਸਾਨੂੰ ਹਾਸਲ ਹੋਣਗੀਆਂ। ਪਹਿਲੀ ਗੱਲ ਕਿਹੜੀ? ਕਲੀਨਰ ਐਂਡ ਹੈਲਦੀਅਰ ਐਨਵਾਇਰਨਮੈਂਟ। ਸਾਡਾ ਵਾਤਾਵਰਨ ਸਾਫ਼ ਵੀ ਹੋ ਜਾਏਗਾ ਤੇ ਸਿਹਤਮੰਦ ਵੀ ਹੋ ਜਾਏਗਾ। ਅੱਜ ਦੀ ਡੇਟ ਵਿੱਚ ਬੱਚਿਓ ਕਿੰਨੀਆਂ ਬਿਮਾਰੀਆਂ ਗੰਦੀ ਹਵਾ ਕਰਕੇ ਫੈਲ ਗਈਆਂ ਨੇ। ਸਾਹ ਦੀ ਬਿਮਾਰੀ, ਅਸਥਮਾ ਦੀ ਬਿਮਾਰੀ, ਐਲਰਜੀ ਦੀ ਬਿਮਾਰੀ, ਬੜੀ ਸਾਰੀਆਂ ਮੌਤਾਂ ਵੀ ਹੋ ਰਹੀਆਂ ਨੇ, ਜਿਹਦਾ ਸਿੱਧਾ ਕਾਰਨ ਹੈਗਾ ਏਅਰ ਪੋਲਿਊਸ਼ਨ। ਠੀਕ ਹੈ। ਸੋ ਇਫ ਵੀ ਯੂਜ਼ ਜੁਡੀਸ਼ੀਅਸਲੀ, ਅਗਰ ਅਸੀਂ ਸਿਆਣੇ ਬਣ ਕੇ ਇਹ ਚੀਜ਼ਾਂ ਨੂੰ ਵਰਤਾਂਗੇ ਤੇ ਸਾਡਾ ਵਾਤਾਵਰਨ ਵੀ ਸਾਫ਼ ਹੋ ਜਾਏਗਾ ਤੇ ਸਿਹਤਮੰਦ ਹੋ ਜਾਏਗਾ। ਦੂਜੀ ਗੱਲ, ਰਿਡਿਊਸਡ ਰਿਸਕ ਆਫ ਗਲੋਬਲ ਵਾਰਮਿੰਗ। We will reduce the risk of global warming if we start using these fuels wisely. Their availability for a longer period of time. तो ज़्यादा समय ਕੱਟਣਗੇ। ਮੰਨ ਲਓ ਅਸੀਂ ਐਗਜ਼ਾਮਪਲ ਲੈ ਲਈ ਕਿ ਉਹ ਅਸੀਂ ਇਹ ਮੰਨ ਕੇ ਚੱਲਦੇ ਕਿ 200 ਸਾਲ 'ਚ ਖਤਮ ਹੋ ਜਾਣਗੇ, ਪਰ ਜੇ ਅਸੀਂ ਵਾਈਜ਼ਲੀ ਯੂਜ਼ ਕਰਾਂਗੇ ਤਾਂ ਹੋ ਸਕਦਾ 200 ਦੀ ਬਜਾਏ ਉਹ 350 ਸਾਲ ਜਾਂ 400 ਸਾਲ ਤੱਕ ਅੱਗੇ ਗੁਜ਼ਾਰਾ ਹੋ ਜਾਏ। ਤਦ ਤੱਕ ਸਾਇੰਸ ਕੋਈ ਹੋਰ ਨਵਾਂ ਰਿਸੋਰਸ ਲੱਭ ਲੇਗੀ, ਆਰਟੀਫਿਸ਼ੀਅਲ ਕੁਝ ਕਰ ਲੇਗੀ ਤਰੀਕਾ, ਹੈ ਨਾ? ਕਿਉਂਕਿ ਮੈਨ ਇਜ਼ ਆਲਵੇਜ਼ ਫਾਈਂਡਿੰਗ ਨਿਊ ਵੇਜ਼। ਸਾਇੰਸ ਐਂਡ ਟੈਕਨੋਲੋਜੀ ਆਰ ਆਲਵੇਜ਼ ਐਡਵਾਂਸਿੰਗ। ਸੋ ਅਸੀਂ ਮਤਲਬ ਕਿ ਇਹ ਚੀਜ਼ਾਂ ਨੂੰ ਅਸੀਂ ਲੰਬਾ ਸਮਾਂ ਦੇ ਸਕਦੇ ਹਾਂ। ਇੰਸਟੈਡ ਆਫ exhausting them in 200 years, we can we can keep using them for a longer period of time
if we use them judiciously and wisely. ठीक है, आओगे चलिए. Now we are reaching towards the end of this lesson. इस तो बाद एक और स्लाइड है. The Petroleum Conservation Research Association, the Petroleum PCRA, Petroleum Conservation Research Association है, इंडिया की एक संस्था है, इंडिया. It gives advice on saving petrol, diesel while driving. ਇਹ ਸਲਾਹ ਦਿੰਦੇ ਨੇ ਕਿਉਂਕਿ ਇਹ ਰਿਸਰਚ ਕਰਦੇ ਰਹਿੰਦੇ ਨੇ, ਖੋਜ ਕਰਦੇ ਰਹਿੰਦੇ ਨੇ, ਐਂਡ ਦੇ ਗਿਵ ਐਡਵਾਈਜ਼ਰੀਜ਼ ਇਨ ਨਿਊਜ਼ਪੇਪਰਸ, ਅਖਬਾਰਾਂ ਵਿੱਚ ਦਿੰਦੇ ਨੇ, ਹੈ ਨਾ, ਤੇ ਸਮਝਾਉਂਦੇ ਨੇ ਵੀ ਸਾਨੂੰ ਵਹੀਕਲਸ ਜਿਹੜੇ ਵਾਹਨ ਨੇ ਕਿੱਦਾਂ ਯੂਜ਼ ਕਰਨੇ ਚਾਹੀਦੇ ਨੇ ਤਾਂ ਕਿ ਅਸੀਂ ਪੈਟਰੋਲ ਔਰ ਡੀਜ਼ਲ ਦੀ ਖਪਤ ਨੂੰ ਘਟਾਈਏ, ਸਾਡੇ ਪੈਸੇ ਵੀ ਬਚਣਗੇ ਤੇ ਸਾਡੇ ਪਲੈਨਟ ਦਾ ਵੀ ਫਾਇਦਾ ਹੋਏਗਾ, ਸਾਡੇ ਪਰਿਵਾਰ ਦਾ ਵੀ, ਸਾਡੀ ਸਿਹਤ ਦਾ ਵੀ ਫਾਇਦਾ ਹੋਏਗਾ, ਹੈ ਨਾ, ਨਾਲੇ ਪੁੰਨ ਨਾਲੇ ਫਲੀਆਂ, ਸਾਡੇ ਪੈਸੇ ਵੀ ਬਚ ਰਹੇ ਨੇ, ਸਾਡੀ ਸਿਹਤ ਵੀ ਠੀਕ ਹੋ ਰਹੀ ਹੈ. ਸੋ ਉਹਨਾਂ ਨੇ ਕਿਹੜੀ ਟਿਪਸ ਦਿੱਤੀਆਂ, ਆਓ ਉਸ ਟਿਪਸ ਨੂੰ ਇੱਕ ਵਾਰ ਦੇਖ ਲਈਏ. ਕਹਿੰਦੇ ਪਹਿਲੀ ਟਿਪ ਤੇ ਹੈਗੀ ਬੱਚਿਓ ਕਿ ਡਰਾਈਵ ਐਟ ਅ ਕੌਨਸਟੈਂਟ ਐਂਡ ਮੋਡਰੇਟ ਸਪੀਡ. ਪਹਿਲੀ ਗੱਲ ਤੇ ਇਹ ਬੱਚਿਓ ਹੈ ਵੇ, ਕਹਿੰਦੇ ਕਿ ਸਾਨੂੰ ਗੱਡੀ ਹਮੇਸ਼ਾ ਇੱਕੋ ਜਿਹੀ ਸਪੀਡ ਤੇ ਮੋਡਰੇਟ ਹੁੰਦੀ ਹੈ, ਨਾ ਬਹੁਤੀ ਤੇਜ਼ ਤੇ ਨਾ ਬਹੁਤੀ ਹੌਲੀ. ਤੁਸੀਂ ਬੱਚਿਓ ਦੇਖੋ ਕਦੀ ਸਕੂਟਰ ਔਰ ਮੋਟਰਸਾਈਕਲ ਦਾ ਜਿਹੜਾ ਸਪੀਡੋਮੀਟਰ ਹੁੰਦਾ ਹੈ ਉਹਦੇ ਵਿੱਚ ਹਰੇ ਰੰਗ ਦਾ ਇੱਕ ਨਾ ਆਰਕ ਬਣੀ ਹੁੰਦੀ ਹੈ, ਇੱਕ ਸੈਕਟਰ ਬਣਿਆ ਹੁੰਦਾ ਹੈ. ਉਹ ਸਪੀਡ ਦੇ ਵਿੱਚ ਤੁਸੀਂ ਗੱਡੀ ਚਲਾਓਗੇ ਤੇ ਤੁਹਾਡਾ ਪੈਟਰੋਲ, ਤੁਹਾਡੀ ਐਫੀਸ਼ੀਐਂਸੀ ਜਿਹੜੀ ਹੈ ਸਭ ਤੋਂ ਵਧੀਆ ਹੋਏਗੀ, ਤੁਹਾਨੂੰ ਐਵਰੇਜ ਜ਼ਿਆਦਾ ਮਿਲੇਗੀ. ਤੇ ਉਹ ਕਹਿਣ ਦਾ ਮਤਲਬ ਇਹ ਹੁੰਦਾ ਕਿ ਤੁਸੀਂ ਗੱਡੀ ਦੀ ਸਪੀਡ ਉਸ ਜਿਹੜਾ ਆਰਕ ਹੈ ਉਹਦੇ ਵਿੱਚ ਰੱਖੋ. ਆਮ ਤੌਰ ਤੇ ਸਕੂਟਰ ਵਾਸਤੇ ਹੁੰਦੀ ਸਪੀਡ 40 ਤੋਂ 60 ਕਿਲੋਮੀਟਰ. ਜੇ ਤੁਸੀਂ 60 ਤੋਂ ਉੱਪਰ ਚਲਾਓਗੇ ਤੁਹਾਡਾ ਪੈਟਰੋਲ ਵੀ ਜ਼ਿਆਦਾ ਲੱਗੇਗਾ, ਐਕਸੀਡੈਂਟ ਦਾ ਵੀ ਚਾਂਸ ਜ਼ਿਆਦਾ ਹੈਗਾ ਤੇ ਤੁਹਾਡੇ ਜਿਹੜਾ ਪੋਲਿਊਸ਼ਨ ਵੀ ਜ਼ਿਆਦਾ ਹੋਏਗਾ. ਸੋ ਪਹਿਲੀ ਗੱਲ ਤਾਂ ਇਹ ਹੈਗੀ ਹੈ ਕਿ ਡਰਾਈਵ ਐਟ ਅ ਕੌਨਸਟੈਂਟ, ਔਰ ਬਾਰ-ਬਾਰ ਬ੍ਰੇਕ ਲਗਾਉਣੀ, ਬਾਰ-ਬਾਰ ਗੇਅਰ ਬਦਲਣਾ, ਇਹ ਵੀ ਚੰਗੀ ਗੱਲ ਨਹੀਂ ਕਿ ਕਦੀ ਹੌਲੀ ਚਲਾਤੀ, ਕਦੀ ਤੇਜ਼ ਚਲਾਤੀ, ਅੰਨੇਵਾਹ ਚਲਾਈ, ਫਿਰ ਅੱਗੇ ਜਾ ਕੇ ਬ੍ਰੇਕ ਮਾਰਤੀ, ਇਹਦੇ ਨਾਲ ਵੀ ਪੈਟਰੋਲ ਡੀਜ਼ਲ ਜ਼ਿਆਦਾ ਖਰਚ ਹੁੰਦਾ ਹੈ. ਸੋ ਡਰਾਈਵ ਐਟ ਅ ਕੌਨਸਟੈਂਟ ਐਂਡ ਮੋਡਰੇਟ ਸਪੀਡ. ਅਗਲੀ ਗੱਲ ਹੈ ਸਵਿਚ ਆਫ ਦੀ ਇੰਜਨ ਐਟ ਟ੍ਰੈਫਿਕ ਲਾਈਟਸ ਔਰ ਵਾਈਲ ਵੇਟਿੰਗ ਐਟ ਅ ਪਲੇਸ. ਰਸਤੇ 'ਚ ਕੋਈ ਬੰਦਾ ਮਿਲ ਗਿਆ, ਗੱਡੀ ਰੋਕ ਲਈ, ਗੱਲਾਂ ਕਰਨ ਲੱਗੇ ਤੇ ਗੱਡੀ ਬੰਦ ਹੀ ਨਹੀਂ ਕੀਤੀ, 10 ਮਿੰਟ 15 ਮਿੰਟ ਗੱਲਾਂ ਕਰਦੇ ਰਹੇ ਤੇ ਗੱਡੀ ਚੱਲੀ ਜਾ ਰਹੀ ਹੈ. ਉਸ ਲਈ ਸਾਨੂੰ ਕੀ ਕਰਨਾ ਚਾਹੀਦਾ, ਇੰਜਨ ਬੰਦ ਕਰ ਦੇਣਾ ਚਾਹੀਦਾ ਹੈ. ਕਿਉਂਕਿ ਜਿਹੜੇ ਇੰਜਨ ਚੱਲ ਰਿਹਾ ਹੁੰਦਾ ਹੈ ਉਹਦੀ ਖਪਤ ਹੋ ਰਹੀ ਹੁੰਦੀ ਹੈ, ਅਸੀਂ ਖੜੇ ਨੇ ਉੱਥੇ ਹਾਂ ਪਰ ਸਾਡਾ ਪੈਟਰੋਲ ਔਰ ਡੀਜ਼ਲ ਯੂਜ਼ ਹੋਈ ਜਾ ਰਿਹਾ. ਤੇ ਜਦੋਂ ਅਸੀਂ ਰੈੱਡ ਲਾਈਟ ਤੇ ਚੌਂਕ ਤੇ ਰੈੱਡ ਲਾਈਟ ਹੈਗੀ ਉੱਥੇ ਖੜੇ ਹੁੰਦੇ ਹਾਂ ਤਦ ਵੀ ਸਾਨੂੰ ਗੱਡੀ ਬੰਦ ਕਰ ਦੇਣੀ ਚਾਹੀਦੀ ਹੈ. ਤੁਹਾਨੂੰ ਪਤਾ ਬੱਚਿਓ, ਸਾਰੇ ਇੰਡੀਆ ਵਿੱਚ ਹਿਸਾਬ ਲਾਇਆ ਸੀ, ਰੈੱਡ ਲਾਈਟ ਤੇ ਖੜੇ ਕਈ 100 ਕਰੋੜ ਦਾ ਪੈਟਰੋਲ ਉੱਦਾਂ ਹੀ ਵੇਸਟ ਚਲਾ ਜਾਂਦਾ ਹੈ. ਵੀ ਸਿਰਫ ਚੌਂਕ ਤੇ ਖੜੇ ਗੱਡੀਆਂ ਦਾ ਜਿਹੜਾ ਪੈਟਰੋਲ ਖਰਚ ਜਾਂਦਾ ਹੈ ਉਹ ਕਰੋੜਾਂ ਵਿੱਚ ਹੈਗਾ, ਕਈ ਕਰੋੜਾਂ ਵਿੱਚ ਹੈਗਾ. ਤੇ ਜਿਹੜੀ ਹਵਾ ਗੰਦੀ ਹੁੰਦੀ ਉਹਦਾ ਹਿਸਾਬ ਲਾ ਲਓ ਤੇ ਪੈਸਾ ਸਾਡਾ ਆਪਣਾ ਨੁਕਸਾਨ ਹੋ ਰਿਹਾ, ਹੈ ਨਾ. ਸੋ ਇਸ ਚੀਜ਼ ਤੋਂ ਵੀ ਅਸੀਂ ਆਪਣੀ ਸਿਆਣਪ ਜਿਹੜੀ ਹੈ ਵਰਤ ਸਕਦੇ ਹਾਂ. ਤੇ ਇੰਸ਼ੋਰ ਕਰੈਕਟ ਟਾਇਰ ਪ੍ਰੈਸ਼ਰ, ਜਿਹੜੀਆਂ ਗੱਡੀਆਂ ਦਾ ਟਾਇਰ ਦੇ ਵਿੱਚ ਹਵਾ ਦਾ ਪ੍ਰੈਸ਼ਰ ਹੈ ਉਹਨੂੰ ਚੈੱਕ ਕਰਾਉਂਦੇ ਰਹਿਣਾ ਚਾਹੀਦਾ. ਤੇ ਉਹ ਪ੍ਰੈਸ਼ਰ ਜਿੱਦਾਂ ਦੱਸਿਆ ਗਿਆ ਹੈ ਮੈਨੂਅਲ ਦੇ ਵਿੱਚ, ਜਦੋਂ ਗੱਡੀ ਖਰੀਦੀ ਸੀ ਉਹ ਦੱਸਿਆ ਹੁੰਦਾ ਵੀ ਅਗਲੇ ਟਾਇਰ ਦਾ ਇਹ ਪ੍ਰੈਸ਼ਰ ਹੋਣਾ ਚਾਹੀਦਾ ਹੈ, ਪਿਛਲੇ ਟਾਇਰ ਦਾ ਇਹ ਪ੍ਰੈਸ਼ਰ ਹੋਣਾ ਚਾਹੀਦਾ ਹੈ. ਸਾਨੂੰ ਚੈੱਕ ਕਰਾ ਕੇ ਉਹਨਾਂ ਹਵਾ ਦਾ ਪ੍ਰੈਸ਼ਰ ਦਬਾਅ ਰੱਖਣਾ ਚਾਹੀਦਾ ਹੈ, ਕਿਉਂਕਿ ਜੇ ਪ੍ਰੈਸ਼ਰ ਘੱਟ ਹੋਏਗਾ ਤਾਂ ਵੀ ਪੈਟਰੋਲ ਜ਼ਿਆਦਾ ਖਰਚ ਹੋਏਗਾ. ਤੇ ਅਗਲੀ ਗੱਲ, ਗੈਟ ਰੈਗੂਲਰ ਮੇਨਟੇਨੈਂਸ ਆਫ ਦਾ ਵਹੀਕਲ. ਜਿਵੇਂ ਤੁਹਾਨੂੰ ਦੱਸਿਆ ਗਿਆ ਵੀ ਹਰ ਸਾਲ 'ਚ ਇੱਕ ਵਾਰ ਸਰਵਿਸਿੰਗ ਕਰਾਉਣੀ ਚਾਹੀਦੀ ਹੈ, 2 ਸਾਲ ਸਰਵਿਸਿੰਗ ਕਰਾਉਣੀ ਚਾਹੀਦੀ ਹੈ, ਉਹ ਸਾਨੂੰ ਜ਼ਰੂਰ ਕਰਾਉਣੀ ਚਾਹੀਦੀ ਹੈ. ਇੰਜਨ ਦੀ ਸਾਫ਼ ਸਫਾਈ ਕਰ ਲਓ ਜਾਂ ਮੋਬਿਲ ਆਇਲ ਚੇਂਜ ਕਰਨਾ, ਜੋ ਵੀ ਹੈ. ਮੇਰੇ ਕੋਲ ਤਾਂ ਗੱਡੀ ਨਹੀਂ ਹੈਗੀ ਇਸ ਕਰਕੇ ਮੈਨੂੰ ਨਹੀਂ ਪਤਾ ਹੈਗਾ, ਪਰ ਜੇ ਤੁਸੀਂ ਇਹ ਚੀਜ਼ ਗੱਡੀ ਰੱਖੀ ਹੈ ਕੋਲ ਤੇ ਇਹਨੂੰ ਸਾਨੂੰ ਰੈਗੂਲਰ ਉਹਦਾ ਚੈੱਕਅਪ ਕਰਾਉਣਾ ਚਾਹੀਦਾ ਹੈ ਤਾਂ ਕਿ ਉਹਦੇ ਵਿੱਚ ਕਿਤੇ ਕੋਈ ਮੋਬਿਲ ਆਇਲ ਬਦਲਣ ਵਾਲਾ ਤਾਂ ਨਹੀਂ ਹੋ ਗਿਆ, ਕੋਈ ਇਹਦਾ ਪਾਰਟ ਖਰਾਬੀ ਤਾਂ ਨਹੀਂ ਕਰ ਰਿਹਾ, ਜਿੰਨਾ ਰੌਲਾ ਪੈ ਰਿਹਾ ਹੋਵੇ, ਨੋਇਜ਼ ਆ ਰਿਹਾ ਹੋਵੇ, ਤੁਹਾਡਾ ਪੈਟਰੋਲ ਜ਼ਿਆਦਾ ਖਰਚ ਹੋ ਰਿਹਾ ਹੋਵੇ, ਧੂੰਆਂ ਨਿਕਲ ਰਿਹਾ ਹੋਵੇ. ਸੋ ਇਹ ਸਾਰੀ ਚੀਜ਼ਾਂ ਸਾਨੂੰ ਚੈੱਕ ਕਰਾਉਂਦੇ ਰਹਿਣਾ ਚਾਹੀਦਾ ਹੈ, ਤਾਂ ਹੀ ਅਸੀਂ ਵਧੀਆ ਅਤੇ ਜ਼ਿੰਮੇਵਾਰ ਸ਼ਹਿਰੀ ਅਖਵਾ ਸਕਾਂਗੇ. ਕਿਉਂਕਿ ਸਾਨੂੰ ਇਹ ਨਹੀਂ ਹੋਣਾ ਚਾਹੀਦਾ ਵੀ ਇਹ ਚੀਜ਼ਾਂ ਅਸੀਂ ਵਰਤ ਤੇ ਰਹੇ ਹਾਂ ਪਰ ਇਹ 'ਚ ਸਾਡਾ ਫੁਕਰਾਪਨ ਨਜ਼ਰ ਆ ਰਿਹਾ. ਅਸੀਂ ਹੌਰਨ ਵਜਾਈ ਜਾ ਰਹੇ ਹਾਂ, ਗੱਡੀ ਤੇਜ਼ ਚਲਾ ਰਹੇ ਹਾਂ, ਟੇਢੀ ਮੇਢੀ ਚਲਾ ਰਹੇ ਹਾਂ, ਰੈੱਡ ਲਾਈਟ 'ਤੇ ਰੁਕਦੇ ਵੀ ਨਹੀਂ ਹੈਗੇ, ਬੰਦ ਵੀ ਨਹੀਂ ਕਰਦੇ, ਸਲੈਂਸਰ ਤੋਂ ਆਵਾਜ਼ ਨਿਕਲੀ ਜਾ ਰਹੀ ਹੈ, ਧੂੰਆਂ ਨਿਕਲੀ ਜਾ ਰਿਹਾ. ਸੋ ਇਹ ਜਿਹੜੀ ਚੀਜ਼ਾਂ ਨੇ ਇਹ ਕੋਈ ਬਹੁਤ ਸਿਆਣੀਆਂ ਜਾਂ ਸ਼ੇਖੀ ਵਾਲੀ ਗੱਲਾਂ ਨਹੀਂ ਹੈਗੀਆਂ, ਇਹ ਸਾਰੇ ਮੂਰਖਤਾ ਵਾਲੇ ਕੰਮ ਨੇ, ਗਧਿਆਂ ਵਾਲੇ ਕੰਮ ਨੇ ਤੇ ਸਾਨੂੰ ਇਹੋ ਜਿਹੇ ਕੰਮਾਂ ਤੋਂ ਬਚਣਾ ਚਾਹੀਦਾ ਹੈ. ਸੋ ਜਿਵੇਂ ਇਹ ਦੱਸਿਆ ਗਿਆ ਸਲਾਹਾਂ, ਇਹ ਐਕਸਪਰਟ ਬੰਦੇ ਹੁੰਦੇ ਨੇ, ਇੰਜੀਨੀਅਰ ਹੁੰਦੇ ਨੇ, ਪੜ੍ਹੇ ਲਿਖੇ ਹੁੰਦੇ ਨੇ, ਇਹਨਾਂ ਨੇ ਖੋਜਾਂ ਕੀਤੀਆਂ ਹੁੰਦੀਆਂ. ਸੋ ਪੈਟਰੋਲੀਅਮ ਕੰਜ਼ਰਵੇਸ਼ਨ ਰਿਸਰਚ ਐਸੋਸੀਏਸ਼ਨ ਜਿਹੜੀ ਹੈ ਉਹ ਸਾਨੂੰ ਇਹ ਸਲਾਹ ਦਿੰਦੀ ਹੈ. ਸੋ ਇਹ ਸਲਾਹ ਤੇ ਫੋਲੋ ਕਰਕੇ ਵੀ ਸੇਵ ਮਨੀ
we keep good health, and we also contribute to reducing the global warming and keeping our environment cleaner and healthier. And with this we come to the end of this chapter. ਅਗਲੇ ਵੀਡੀਓ ਵਿੱਚ ਅਸੀਂ ਇਸੀ ਚੈਪਟਰ ਦੀ ਜੋ ਐਕਸਰਸਾਈਜ਼ ਨੇ ਉਹਦੇ ਸੋਲੂਸ਼ਨਸ ਤੁਹਾਡੇ ਲਈ ਲੈ ਕੇ ਆਵਾਂਗੇ. I hope this video was helpful to you in understanding the contents and the relevant points of this chapter. ਇਸ ਚੈਪਟਰ 'ਚ ਸਾਰਾ ਚੈਪਟਰ ਅਸੀਂ ਕਵਰ ਕਰ ਲਿਆ. ਅਗਰ ਤੁਸੀਂ ਇਹ ਵੀਡੀਓ ਚੰਗੀ ਤਰ੍ਹਾਂ ਦੇਖ ਲਿਆ ਔਰ ਇਹਨੂੰ ਨੋਟ ਕਰ ਲਿਆ ਤੇ you can do without reading the chapter in the book. ਉਹਨੂੰ ਪੜ੍ਹਨ ਦੀ ਲੋੜ ਨਹੀਂ, ਬਟ I will suggest ਵੀਡੀਓ ਦੇਖ ਕੇ ਇੱਕ ਵਾਰ ਚੈਪਟਰ ਦੀ ਰੀਡਿੰਗ ਵੀ ਜ਼ਰੂਰ ਕਰ ਲੈਣਾ. ਉਹਦੇ ਨਾਲ ਕੀ ਹੋਏਗਾ, ਤੁਹਾਡੀ ਇੱਕ ਰਿਵੀਜ਼ਨ ਹੋ ਜਾਏਗੀ ਤੇ ਨਾਲੋਂ ਤੁਹਾਨੂੰ ਇਹ ਵੀ ਪਤਾ ਲੱਗ ਜਾਏਗਾ ਕਿ ਜਿਹੜੀ ਕਿਤਾਬ ਤੁਸੀਂ ਖਰੀਦੀ ਹੈ ਤੁਸੀਂ ਉਹਨੂੰ ਪੜ੍ਹਨਾ ਵੀ ਹੈ. ਸੋ with this we come to the end of this video. ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ. ਰੱਬ ਰੱਖਾ. ਥੈਂਕ ਯੂ ਵੈਰੀ ਮਚ. ਗੋਡ ਬਲੈਸ ਯੂ ਆਲ.